ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਸ਼ਲੋਕ ਅੰਦਰ ਇਹ ਬਖਸ਼ਿਸ਼ ਕੀਤੀ ਹੈ, ਜਿਹੇ ਘਟ ਸਿਮਰਨ ਰਾਮ ਕੋ। ਜੇ ਇਹਦਾ ਅਰਥ ਕਰਾਂਗੇ ਜਿਸ, ਘਟ ਦਾ ਅਰਥ ਹਿਰਦਾ। ਮਹਾਰਾਜ ਕਹਿੰਦੇ ਨੇ ਜਿਸ ਹਿਰਦੇ ਵਿੱਚ ਸਿਮਰਨ ਰਾਮ ਕੋ। ਸਿਮਰਨ ਦਾ ਅਰਥ ਯਾਦ, ਰਾਮ ਦਾ ਅਰਥ ਪਰਮੇਸ਼ਵਰ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਕਿ ਜਿਸ ਹਿਰਦੇ ਦੇ ਵਿੱਚ, ਜਿਸ ਘਟ ਦੇ ਵਿੱਚ ਸਾਰੀਆਂ ਥਾਵਾਂ ਤੇ ਰਮੇ ਹੋਏ ਪ੍ਰਭੂ ਦਾ ਸਿਮਰਨ ਟਿਕ ਗਿਆ। ਮਹਾਰਾਜ ਕਹਿੰਦੇ ਸੋ ਨਰ, ਉਹ ਇਨਸਾਨ, ਉਹ ਮਨੁੱਖ ਮੁਕਤਾ ਜਾਨ। ਜਿਸ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕ ਗਿਆ, ਉਸ ਇਨਸਾਨ ਨੂੰ, ਉਸ ਨਰ ਨੂੰ ਬੰਧਨਾਂ ਤੋਂ ਮੁਕਤ ਹੋਇਆ ਜਾਣੂ। ਸਮਝੋ ਉਹ ਬੰਦਾ ਬੰਧਨ ਮੁਕਤ ਹੋ ਗਿਆ। ਜੇ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਮਹਾਰਾਜ ਫਿਰ ਅੱਗੇ ਕਹਿੰਦੇ ਤੇਹ ਨਰ। ਤੇ ਨਰ ਦਾ ਅਰਥ ਕਰਾਂਗੇ ਤਿਸ ਮਨੁੱਖ ਹਰ ਅੰਤਰ ਨਹੀਂ। ਹਰੀ ਪਰਮਾਤਮਾ ਅੰਤਰ ਨਹੀਂ ਦਾ ਅਰਥ ਹੈ ਕੋਈ ਫਰਕ ਨਹੀਂ, ਕੋਈ ਭੇਦ ਨਹੀਂ, ਕੋਈ ਆਪਸ ਵਿੱਚ ਉਹਨਾਂ ਦੇ ਦੂਰੀ ਨਹੀਂ। ਤੇ ਨਰ ਹਰ ਅੰਤਰ ਨਹੀਂ। ਜਿਸ ਹਿਰਦੇ ਵਿੱਚ ਸਿਮਰਨ ਟਿਕ ਗਿਆ, ਉਹ ਇਨਸਾਨ ਮੁਕਤ ਹੈ। ਉਸ ਇਨਸਾਨ ਵਿੱਚ ਤੇ ਖਰੀ ਅੰਦਰ। ਤੇ ਨਰ ਹਰ ਅੰਤਰ ਨਹੀਂ, ਕੋਈ ਫਰਕ ਨਹੀਂ, ਕੋਈ ਦੂਰੀ ਨਹੀਂ। ਤੇ ਮਹਾਰਾਜ ਕਹਿੰਦੇ ਨੇ ਨਾਨਕ ਸਾਚੀ ਮਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਗੱਲ ਨੂੰ ਸੱਚ ਮੰਨ, ਇਹਨੂੰ ਸੱਚ ਜਾਣ। ਕਿਹੜੀ ਗੱਲ? ਜਿਸ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕ ਗਿਆ, ਉਹ ਇਨਸਾਨ ਬੰਧਨ ਮੁਕਤ ਹੋ ਗਿਆ। ਉਸ ਇਨਸਾਨ ਵਿੱਚ ਤੇ ਭਗਵਾਨ ਵਿੱਚ ਮਹਾਰਾਜ ਕਹਿੰਦੇ ਨੇ ਕੋਈ ਅੰਤਰ ਨਹੀਂ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਸ਼ਲੋਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਪਿਛਲੇ ਦਿਨੀ ਕੁਝ ਸ਼ਲੋਕ ਅਸੀਂ ਇਸ ਨਾਲ ਸੰਬੰਧਿਤ ਪੜ੍ਹੇ ਸਨ। ਜਿਵੇਂ ਅੱਜ ਆਇਆ ਜੇ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਪਹਿਲਾਂ ਤਾਂ ਇਹ ਬੇਨਤੀ ਕਰਾਂਗਾ ਕਿ ਜਿਸ ਹਿਰਦੇ ਵਿੱਚ ਸਿਮਰਨ ਟਿਕ ਜਾਏ, ਕਿਉਂਕਿ ਸਿਮਰਨ ਦਾ ਅੰਤਰ ਆਤਮੇ ਟਿਕ ਜਾਣਾ, ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਬੜੀ ਵੱਡੀ ਕਿਰਪਾ ਹੈ। ਉਂਝ ਚਲੋ ਆਪਾਂ ਕੋਈ ਅੱਧਾ ਘੰਟਾ, ਕੋਈ 2 ਮਿੰਟ, ਕੋਈ 10 ਮਿੰਟ, ਕੋਈ 20 ਮਿੰਟ, ਕਈ ਸੱਜਣ ਨਿਰੰਤਰ ਵੀ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਹੋਏ ਨੇ। ਪਰ ਫਿਰ ਵੀ ਆਪਾਂ ਦੇਖਦੇ ਹਾਂ ਵਕਤ ਅਨੁਸਾਰ ਇਨਸਾਨ ਇਬਾਦਤ ਵਿੱਚ ਜੁੜਦਾ ਹੈ। ਤੇ ਜਦੋਂ ਬਾਹਰਮੁਖੀ ਸੰਸਾਰ ਵਿੱਚ ਵਿਚਰਦਾ ਹੈ, ਸੱਚ ਇਹ ਵੇ ਕਿ ਉਸ ਦੇ ਅੰਦਰ ਫਿਰ ਦੂਜੇ ਖਿਆਲ ਪ੍ਰਵੇਸ਼ ਕਰ ਜਾਂਦੇ ਆ, ਦੂਸਰੇ ਫੁਰਨੇ ਉੱਠਣ ਲੱਗ ਪੈਂਦੇ ਆ। ਜਿੰਨੀ ਦੇਰ ਤੱਕ ਸਿਮਰਨ ਸਰੋਵਰ ਦੇ ਵਿੱਚ ਚੁੱਭੀ ਮਾਰਦਾ ਹੈ, ਤੇ ਉਨੀ ਦੇਰ ਤੱਕ ਇਹਨੂੰ ਅੰਦਰੋਂ ਠੰਡਕ ਮਹਿਸੂਸ ਹੁੰਦੀ ਏ। ਜਦੋਂ ਉਹਦੇ ਵਿੱਚੋਂ ਬਾਹਰ ਨਿਕਲਦਾ ਹੈ, ਤੇ ਸੱਚਮੁੱਚ ਫਿਰ ਵਕਾਰਾਂ ਦੀ ਤਪਸ਼ ਤੇ ਤੱਤੀ ਲੂ ਇਹਦੇ ਤਨ ਦੇ ਉੱਤੇ ਆਪਣਾ ਪ੍ਰਭਾਵ ਪਾ ਜਾਂਦੀ ਹੈ। ਇੱਥੇ ਸਤਿਗੁਰੂ ਨੇ ਕਿਹਾ ਜਿਸ ਘਟ ਵਿੱਚ, ਜਿਸ ਹਿਰਦੇ ਵਿੱਚ ਸਿਮਰਨ ਟਿਕ ਗਿਆ। ਹੁਣ ਉਹ ਸੱਜਣ ਭਾਵੇਂ ਜ਼ਬਾਨ ਨਾਲ ਬੋਲੇ ਵੀ ਨਾ, ਉਹ ਸਾਡੀ ਤਰ੍ਹਾਂ ਮੈਂ ਬੇਨਤੀ ਕਰਾਂ ਕਿ ਉੱਚੀ ਉੱਚੀ ਕੂਕੇ ਵੀ ਨਾ, ਜਿਸ ਦੇ ਧੁਰ ਅੰਦਰ ਸਿਮਰਨ ਚਲਾ ਜਾਏ ਪਿਆਰਿਓ, ਉਹ ਅੱਠੇ ਪੈਰ ਬਿਨਾਂ ਬੋਲਣ ਤੋਂ ਵੀ ਉਹਦੇ ਅੰਦਰ ਆਪਣੇ ਆਪ ਪਰਮਾਤਮਾ ਦਾ ਚਿੰਤਨ ਚੱਲੀ ਜਾਂਦਾ ਹੈ। ਉਸ ਘਟ ਵਿੱਚ ਹਿਰਦੇ ਵਿੱਚ ਵਸ ਗਿਆ। ਉਂਝ ਵੈਸੇ ਕੋਈ ਘਟ ਐਸਾ ਨਹੀਂ ਜਿਸ ਘਟ ਵਿੱਚ ਸਿਮਰਨ ਨਹੀਂ। ਇੱਥੇ ਮਹਾਰਾਜ ਨੇ ਕਿਹਾ ਸਿਮਰਨ ਰਾਮ ਕੋ। ਦੇਖੋ ਕਈ ਐਸੇ ਸਿਮਰਨ ਨੇ, ਐਸੀਆਂ ਯਾਦਾਂ ਨੇ ਜਿਨ੍ਹਾਂ ਨੂੰ ਆਪਾਂ ਨਾਮ ਦੀ ਤਰ੍ਹਾਂ ਰੋਜ਼ ਪੁਕਾਰਦੇ ਵੀ ਨਹੀਂ, ਪਰ ਉਹ ਅਚਨਚੇਤ ਸਾਡੇ ਅੰਦਰ ਚੱਲੀ ਜਾ ਰਹੇ ਨੇ। ਉਹਨਾਂ ਨੂੰ ਰਟਣ ਦੀ ਕੋਈ ਲੋੜ ਨਹੀਂ। ਜਿਵੇਂ ਕੋਈ ਇਨਸਾਨ
ਆਪਣੇ ਬਿਜ਼ਨਸ ਨੂੰ ਰੋਜ਼ ਮਾਲਾ ਪਕੜ ਕੇ ਜਪਦਾ ਤੇ ਨਹੀਂ ਨਾ, ਉਹ ਰੋਜ਼ ਆਪਣੀ ਦੁਕਾਨ ਨੂੰ ਪੁਕਾਰਦਾ ਤੇ ਨਹੀਂ ਨਾ, ਪਰ ਉਸ ਦੀ ਦੁਕਾਨ ਉਹਦੇ ਧੁਰ ਅੰਦਰ ਇੰਨੀ ਕੁ ਵਸੀ ਹੋਈ ਏ, ਉਹਨੂੰ ਬੋਲਣ ਦੀ ਲੋੜ ਨਹੀਂ, ਉਹਦਾ ਚਿੰਤਨ ਆਪਣੇ ਆਪ ਹੀ ਅੰਦਰ ਚੱਲੀ ਜਾ ਰਿਹਾ। ਕੋਈ ਇਨਸਾਨ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਨਹੀਂ ਪੁਕਾਰਦਾ ਜਿਵੇਂ ਅੰਮ੍ਰਿਤ ਵੇਲੇ ਆਪਾਂ ਪੁਕਾਰਨੇ, ਪਰ ਉਹ ਧੁਰ ਅੰਦਰ ਮੋਹ ਦੀ ਤੰਦ ਬੈਠੀ ਹੋਈ ਹੈ, ਉਹ ਸਿਮਰਨ ਆਪਣੇ ਆਪ ਹੀ ਚੱਲ ਰਿਹਾ ਹੈ। ਇਨਸਾਨ ਕੋਈ ਐਸਾ ਨਹੀਂ ਜਿਹਦੇ ਅੰਦਰ ਸਿਮਰਨ ਨਹੀਂ, ਪਰ ਫਰਕ ਇੰਨਾ ਹੈ, ਕਿਸੇ ਅੰਦਰ ਸੰਸਾਰ ਦਾ ਸਿਮਰਨ ਚੱਲਦਾ ਹੈ ਤੇ ਕਿਸੇ ਅੰਦਰ ਕਰਤਾਰ ਦਾ ਸਿਮਰਨ ਚੱਲਦਾ ਹੈ। ਫਰਕ ਇੰਨਾ ਹੈ, ਕਿਸੇ ਅੰਦਰ ਧਨ ਦਾ ਸਿਮਰਨ ਚੱਲਦਾ ਹੈ ਤੇ ਕਿਸ ਦੇ ਅੰਦਰ ਪਰਮਾਤਮਾ ਦੇ ਨਾਮ ਧਨ ਦਾ ਸਿਮਰਨ ਚੱਲਦਾ ਹੈ। ਸਿਮਰਨ ਤੋਂ ਬਿਨਾਂ ਖਾਲੀ ਕੋਈ ਵੀ ਨਹੀਂ। ਇੱਥੇ ਗੁਰੂ ਜੀ ਨੇ ਕਿਹਾ ਕਿ ਜਿਸ ਘਟ ਵਿੱਚ ਪਰਮਾਤਮਾ ਦਾ ਸਿਮਰਨ ਵਸ ਜਾਏ, ਫਿਰ ਉਹ ਘਟ ਵਿੱਚ ਵਸਿਆ ਹੋਇਆ ਜਿਹੜਾ ਹੈ ਉਹ ਮੁਕੰਮਲ ਬਾਡੀ ਉੱਤੇ ਆਪੇ ਆਪ ਹੀ ਬਖਸ਼ਿਸ਼ ਕਰੀ ਜਾਂਦਾ ਹੈ। ਕਈ ਵਾਰੀ ਮਨ 'ਚ ਇਹ ਵੀ ਆਉਂਦਾ ਹੈ ਕਿ ਜਦੋਂ ਅਸੀਂ ਜਾਗਨੇ ਹਾਂ ਤੇ ਜ਼ਬਾਨ ਨਾਲ ਬੋਲਨੇ ਹਾਂ ਪਰਮਾਤਮਾ ਨੂੰ, ਜਾਗਨੇ ਅਸੀਂ ਕੰਨਾਂ ਨਾਲ ਸੁਣਨੇ ਹਾਂ, ਪਰ ਜਦੋਂ ਆਪਾਂ ਸੌਂ ਜਾਂਦੇ ਹਾਂ ਤੇ ਇਹ ਸਾਡੇ ਇੰਦਰੇ, ਨਾ ਜ਼ਬਾਨ ਕੰਮ ਕਰ ਰਹੀ ਹੈ, ਨਾ ਕੰਨ ਕੰਮ ਕਰ ਰਹੇ ਨੇ, ਨੇਤਰ ਇਨਸਾਨ ਦੇ ਮੁੰਦੇ ਹੋਏ ਨੇ, ਤੇ ਫਿਰ ਹਾਂ ਪਿਆਰਿਓ, ਇਹ ਗੱਲ ਹੈ ਕਿ ਜਿਸ ਦੇ ਧੁਰ ਅੰਦਰ ਸਿਮਰਨ ਚਲਾ ਜਾਏ, ਉਹ ਸੁੱਤਿਆਂ ਹੋਇਆਂ ਵੀ ਚਿੰਤਨ ਚੱਲਦਾ ਹੈ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਕਿਉਂਕਿ ਆਪਾਂ ਕਹਾਂਗੇ ਜੀ ਸੁੱਤੇ ਹੋਏ ਬੰਦੇ ਦੇ ਤਾਂ ਬਾਹਰ ਦੇ ਅੰਗ ਸਾਰੇ ਜਿਹੜੇ ਨੇ ਉਹ ਨੀਂਦ ਵਿੱਚ ਨੇ, ਪਰ ਪਿਆਰਿਓ ਪੂਰਨ ਤੌਰ 'ਤੇ ਸਰੀਰ ਨੀਂਦ ਵਿੱਚ ਨਹੀਂ ਜਾਂਦਾ। ਬਾਹਰ ਮੁਖੀ ਅਸੀਂ ਦੇਖਾਂਗੇ ਚੇਤਨਾ ਕਰਕੇ ਇਨਸਾਨ ਸੁੱਤਾ ਹੈ, ਪਰ ਜਿਹੜਾ ਸੁੱਤਿਆਂ ਹੋਇਆਂ ਸਾਡਾ ਦਿਲ ਧੜਕ ਰਿਹਾ ਹੈ, ਜਿਹੜਾ ਸਾਡਾ ਹਾਰਟ ਖੂਨ ਪੰਪ ਕਰ ਰਿਹਾ ਹੈ, ਉਹ ਕਦੀ ਆਰਾਮ ਕਰਦਾ ਹੈ ਜੀ? ਜਿਹੜੇ ਸੁੱਤਿਆਂ ਆਪਣੇ ਆਪ ਸਵਾਸ ਚੱਲਦੇ ਨੇ, ਕਿਸੇ ਦੇ ਚਲਾਇਆ ਨਹੀਂ ਚੱਲਦੇ। ਸਵਾਸਾਂ ਦਾ ਸੰਬੰਧ ਕੇਵਲ ਜਾਗਣ ਨਾਲ ਨਹੀਂ, ਇਹ ਸੁੱਤਿਆਂ ਵੀ ਚੱਲਦੇ ਆ। ਸਾਡੇ ਸਰੀਰ ਦੇ ਇੰਟਰਨਲ ਪਾਰਟ ਜਿਹੜੇ ਨੇ ਉਹ ਸੁੱਤਿਆਂ ਵੀ ਕੰਮ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਮਨ ਨੂੰ ਸਮਝਾਉਣ ਲਈ ਬੰਦਿਆ ਕਿ ਜਿਵੇਂ ਤੇਰੇ ਸੁੱਤਿਆਂ ਹੋਇਆਂ ਸਰੀਰ ਦੇ ਅੰਤਰਮੁਖੀ ਅੰਗ ਜਿਹੜੇ ਨੇ ਆਪਣੇ ਆਪ ਕੰਮ ਕਰੀ ਜਾ ਰਹੇ ਆ, ਇਸੇ ਤਰ੍ਹਾਂ ਜਿਸ ਘਟ ਵਿੱਚ ਪਰਮਾਤਮਾ ਦਾ ਸਿਮਰਨ ਚਲਾ ਜਾਏ, ਉਹ ਸੁੱਤਿਆਂ ਹੋਇਆਂ ਵੀ ਪਰਮਾਤਮਾ ਦੇ ਸਿਮਰਨ ਵਿੱਚ ਹੀ ਰਹਿੰਦਾ ਹੈ। ਜਿਸ ਘਟ ਵਿੱਚ ਗੁਰੂ ਜੀ ਨੇ ਕਿਹਾ ਜਿਸ ਅੰਤਰ ਆਤਮੇ ਸਿਮਰਨ ਵਸ ਗਿਆ, ਤੇ ਅਸਲ 'ਚ ਘਟ 'ਚ ਵਸਿਆ ਹੋਇਆ ਸਭ ਕੁਝ ਉੱਤੇ ਬਖਸ਼ਿਸ਼ ਕਰਦਾ। ਗੁਰੂ ਜੀ ਨੇ ਕਿਹਾ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਮੁਕਤਾ ਦਾ ਅਸੀਂ ਅਰਥ ਉਦਨ ਵੀ ਕੀਤਾ ਬੰਦ ਖਲਾਸੀ। ਉਹ ਸਾਧ ਸੰਗਤ ਜੀ ਤਕਰੀਬਨ 3-4 ਸ਼ਲੋਕ ਇਸ ਨਾਲ ਸੰਬੰਧਿਤ ਪਹਿਲਾਂ ਅਸੀਂ ਵਿਚਾਰ ਵੀ ਚੁੱਕੇ ਹਾਂ, ਪਰ ਅੱਜ ਇਸ ਦੀ ਵਿਚਾਰ ਉਸ ਤੋਂ ਵੱਖਰੀ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੋ ਨਰ ਮੁਕਤਾ ਜਾਨ। ਆਪਾਂ ਸਾਰੇ ਉੱਤੇ 2 ਸ਼ਲੋਕ ਪੜ੍ਹ ਕੇ ਆਏ ਸਾਂ। ਮਹਾਰਾਜ ਜੀ ਨੇ ਕਿਹਾ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਕਿਉਂਕਿ ਦੇ ਅਰਥ ਕਰਨ ਲਈ ਮੈਂ ਆਪ ਨੂੰ ਫਿਰ ਯਾਦ ਕਰਾਉਣਾ ਚਾਹੁੰਦਾ ਵੀ ਅਸੀਂ ਐਸੇ ਬਚਨ ਵਿਚਾਰ ਚੁੱਕੇ। ਹੁਣ ਉਸਤਤ ਤੇ ਨਿੰਦਿਆ ਇੱਕ ਬੰਧਨ ਹੈ, ਕਿਉਂਕਿ ਉਸਤਤ ਵੀ ਸੁਰਤ ਨੂੰ ਬੰਨ੍ਹ ਕੇ ਰੱਖਦੀ ਕਿ ਮੇਰੀ ਕੋਈ ਗੱਲ ਕਰ ਰਿਹਾ, ਮੇਰੀ ਕੋਈ ਖੁਸ਼ਾਮਦ ਕਰ ਰਿਹਾ, ਮੇਰੀ ਕੋਈ ਸਿਫਤ ਕਰ ਰਿਹਾ, ਤੇ ਇਹ ਦੋਨਾਂ ਥਾਵਾਂ ਤੇ ਸੁਰਤ ਵੱਜ ਜਾਂਦੀ ਹੈ। ਜਦੋਂ ਉਸਤਤ ਕੋਈ ਕਰਦਾ ਹੈ ਉਹਦੇ ਵੱਲ ਵੀ ਸੁਰਤ ਵੱਜਣ ਲੱਗ ਜਾਂਦੀ ਹੈ ਤੇ ਬੰਧਨ ਬਣ ਜਾਂਦੀ ਹੈ। ਤੇ ਜਦੋਂ ਕੋਈ ਨਿੰਦਿਆ ਕਰਦਾ, ਸੱਚ ਇਹ ਵੇ ਗੁਰਮੁਖੋ, ਸੁਰਤ ਉਸ ਨਾਲ ਵੀ ਵੱਜ ਜਾਂਦੀ ਹੈ, ਉਹ ਜ਼ੇਨ ਵਿੱਚੋਂ ਨਿਕਲਦੀ ਨਹੀਂ ਗੱਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਸਲ 'ਚ ਮੁਕਤ ਉਹ ਹੈ ਜਿਹੜਾ ਉਸਤਤ ਔਰ ਨਿੰਦਿਆ ਦੀ ਜ਼ੰਜੀਰ ਨੂੰ ਤੋੜ ਚੁੱਕਾ ਹੈ। ਗੁਰੂ ਜੀ ਨੇ ਕਿਹਾ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ, ਜਿਹਦੇ ਲਈ ਸੋਨਾ ਅਤੇ ਲੋਹਾ ਇੱਕ ਬਰਾਬਰ ਨੇ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਇੱਥੇ ਸਤਿਗੁਰੂ ਨੇ ਕਿਹਾ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਪਰ ਮੈਂ ਮੁਕਤ ਦੇ ਅਰਥ ਕਰਨ ਲਈ ਉਸ ਗੱਲ ਨੂੰ ਫਿਰ ਦੁਬਾਰਾ ਕਹਿ ਰਿਹਾ, ਉਸਤਤ ਤੇ ਨਿੰਦਿਆ ਇੱਕ ਬੰਧਨ ਹੈ, ਸੋਨਾ ਤੇ ਲੋਹਾ ਇੱਕ ਬਰਾਬਰ ਜਾਨਣਾ ਇਹ ਮੁਕਤੀ ਹੈ। ਗੁਰੂ ਜੀ ਨੇ ਫਿਰ ਉਸ ਤੋਂ ਅੱਗੇ ਕਿਹਾ ਹਰਖ
ਸੋਗ ਜਾ ਕਹਿ ਨਹੀਂ, ਇਹ ਵੀ ਇੱਕ ਬੰਧਨ ਹੈ। ਖੁਸ਼ੀ ਆਪਣੇ ਨਾਲ ਬੰਨ੍ਹਦੀ ਹੈ, ਗਮੀ ਆਪਣੇ ਨਾਲ ਬੰਨ੍ਹਦੀ। ਹਰ ਇੱਕ ਸੋਗ ਜਾਂ ਕਹਿ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੇ ਜਾਨ। ਉੱਥੇ ਵੀ ਮਹਾਰਾਜ ਨੇ ਕਿਹਾ ਮੁਕਤ ਤਾਹੇ ਤੈ ਜਾਨ, ਉਸ ਨੂੰ ਮੁਕਤ ਜਾਣ ਭਾਈ। ਇੱਕ ਬਚਨ ਹੋਰ ਅਸੀਂ ਪੜ੍ਹਿਆ ਇਹਦੇ 'ਚ, ਉਹ ਸੀ ਜੇ ਪ੍ਰਾਨੀ ਖੌਮੈ ਤਰਜੀ, ਕਰਤਾ ਰਾਮ ਪਛਾਨ, ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਜਾਨ ਮਹਾਰਾਜ ਨੇ ਕਿਹਾ ਇੱਥੇ, ਜਿਸ ਨੇ ਕਰਤੇ ਨੂੰ ਸਭ ਕੁਝ ਕਰਨ ਵਾਲਾ ਜਾਣ ਕੇ ਆਪਣੀ ਖੌਮੇ ਨੂੰ ਤਿਆਗ ਦਿੱਤਾ, ਉਹ ਬੰਦਾ ਮੁਕਤ ਹੈ, ਇਸ ਗੱਲ ਨੂੰ ਸੱਚ ਮੰਨ। ਹੁਣ 3 ਸ਼ਲੋਕ ਆਪਾਂ ਪੜ੍ਹੇ ਜੀ। ਉਸਤਤ ਨਿੰਦਿਆ, ਇਸ ਤੋਂ ਮੁਕਤ। ਕੰਚਨ ਲੋਹ ਨੂੰ ਬਰਾਬਰ ਜਾਣਨ ਵਾਲਾ ਮੁਕਤ। ਹਰਕ ਤੇ ਸੋਗ ਤੋਂ ਨਿਆਰਾ ਰਹਿਣ ਵਾਲਾ ਮੁਕਤ। ਬੈਰੀ ਔਰ ਮਿੱਤਰ ਨੂੰ ਇੱਕ ਬਰਾਬਰ ਜਾਣਨ ਵਾਲਾ ਮੁਕਤ। ਤੇ ਫਿਰ ਸਤਿਗੁਰੂ ਨੇ ਤੀਜੀ ਗੱਲ ਕਹੀ, ਜਿਸ ਬੰਦੇ ਨੇ ਖੌਮੇ ਨੂੰ ਤਿਆਗ ਦਿੱਤਾ, ਬੰਧਨ ਕੱਟੇਗਾ ਉਹਦੇ, ਉਹ ਇਨਸਾਨ ਮੁਕਤ ਹੋ ਗਿਆ। ਇਹ ਬਚਨ ਅਸੀਂ ਸਤਿਗੁਰਾਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਵਿੱਚ ਵਿਚਾਰੇ ਨੇ। ਖੈਰ ਰਹੋ ਵਿਚਾਰ। ਅੱਜ ਫਿਰ ਸਤਿਗੁਰਾਂ ਨੇ ਮੁਕਤ ਦੀ ਗੱਲ ਕਹੀ। ਮੈਂ ਬੇਨਤੀ ਕਰਾਂ ਕਿ ਬੰਧਨ ਦੇ ਟੁੱਟਣ ਤੋਂ ਬਿਨਾਂ ਸੁਰਤ ਉਡਾਰੀ ਵੀ ਨਹੀਂ ਮਾਰ ਸਕਦੀ। ਜਿਵੇਂ ਮੰਨ ਲਓ, ਇਹ ਵੈਸੇ ਬਚਨ ਬਾਣੀ ਦੇ ਨੇ, ਇੱਕ ਪੰਛੀ ਦਾ ਬੱਚਾ ਆਂਡੇ ਵਿੱਚ ਹੈ, ਉਹਦਾ ਸਰੀਰ ਬਣ ਰਿਹਾ ਹੈ। ਆਪ ਜੀ ਦੇਖੋਗੇ ਆਂਡਾ ਕਦੀ ਅਸਮਾਨ ਵਿੱਚ ਉੱਡਦਾ ਹੈ? ਨਹੀਂ। ਜਿੰਨੀ ਦੇਰ ਤੱਕ ਆਂਡੇ ਦਾ ਖੋਲ ਨਹੀਂ ਟੁੱਟਦਾ, ਉਹਦਾ ਉੱਪਰ ਵਾਲੀ ਪਰਤ ਨਹੀਂ ਟੁੱਟਦੀ, ਓਨੀ ਦੇਰ ਤੱਕ ਪੰਛੀ ਦਾ ਬੱਚਾ ਵਿੱਚੋਂ ਨਿਕਲ ਕੇ ਉਡਾਰੀ ਨਹੀਂ ਮਾਰ ਸਕਦਾ। ਹਾਂ, ਉਸ ਕੋਲ ਉਡਾਰੀ ਵਾਲੀ ਸਮਰੱਥਾ ਰੱਬ ਨੇ ਉਹਦੇ ਅੰਦਰ ਟਿਕਾਈ ਹੈ, ਪਰ ਜੇ ਉਹ ਆਂਡੇ ਵਿੱਚ ਹੀ ਰਹੇਗਾ, ਕਦੀ ਆਂਡਾ ਅਸਮਾਨ ਵਿੱਚ ਉਡਾਰੀ ਮਾਰਦਾ। ਪਿਆਰਿਓ, ਸੱਚ ਇਹ ਜੇ ਇਹ ਬੰਧਨ ਜਿਹੜੇ ਨੇ, ਇਹ ਵਾਕਈ ਉਸ ਆਂਡੇ ਦੇ ਖੋਲ ਦੀ ਤਰ੍ਹਾਂ ਨੇ। ਤੇ ਜਿੱਦਣ ਗੁਰੂ ਇਸ ਬੰਧਨ ਨੂੰ ਤੋੜ ਦਿੰਦਾ ਹੈ, ਤੇ ਜਿਹੜਾ ਉਸ ਆਂਡੇ ਦੇ ਖੋਲ ਦੇ ਦਾਇਰੇ ਵਿੱਚ ਰਹਿੰਦਾ ਸੀ, ਉਹ ਖੁੱਲੇ ਅਸਮਾਨ ਵਿੱਚ ਉਡਾਰੀ ਮਾਰਦਾ ਹੈ। ਜਦੋਂ ਸਤਿਗੁਰੂ ਉਸਤਤ ਨਿੰਦਿਆ, ਸੰਸਾਰਕ ਬੰਧਨ, ਇਹ ਜਿੰਨੇ ਸਾਨੂੰ ਜਕੜੀ ਬੈਠੇ ਨੇ, ਇਹਨੂੰ ਆਂਡੇ ਦੀ ਖੋਲ ਦੀ ਤਰ੍ਹਾਂ ਤੋੜ ਦਿੰਦਾ ਹੈ, ਤੇ ਉਹ ਇਨਸਾਨ ਜਿਹੜਾ ਆਤਮਿਕ ਮੰਡਲਾਂ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ, ਫੂਟੋ ਆਂਡਾ ਭਰਮ ਕਾ। ਇਹ ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ। ਭਰਮ ਦਾ ਆਂਡੇ ਦਾ ਖੋਲ ਟੁੱਟ ਗਿਆ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ਼, ਮਨ ਦੇ ਵਿੱਚ ਚਾਨਣ ਹੋ ਗਿਆ, ਪਰਮਾਤਮਾ ਦਾ ਨਾਮ ਅੰਦਰ ਟਿਕਿਆ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ਼, ਕਾਟੀ ਬੇਰੀ ਪਗਾਂ ਤੇ ਸੋਨਰ ਮੁਕਤਾ ਜਾਨ। ਜਿਹੜੀਆਂ ਬੇੜੀਆਂ ਪੈਰਾਂ ਨੂੰ ਪਈਆਂ ਸਨ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਬੇੜੀਆਂ ਨੂੰ, ਉਹਨਾਂ ਜਜ਼ੀਰਾਂ ਨੂੰ ਕੱਢ ਦਿੱਤਾ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ਼, ਕਾਟੀ ਬੇਰੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ। ਮਹਾਰਾਜ ਨੇ ਕਿਰਪਾ ਕੀਤੀ, ਇਸ ਤਪ ਦੇ ਕੋਈ ਅੰਦਰ ਨੂੰ ਬਿਲਕੁਲ ਠੰਡਿਆ ਕਰ ਦਿੱਤਾ, ਹਿਰਦੇ ਨੂੰ ਟਿਕਾ ਦਿੱਤਾ। ਮੈਂ ਅਰਜ਼ ਕਰਾਂ ਕਿ ਇਹ ਬੰਧਨ ਕੱਟੇ ਆਪਣੇ ਆਪ ਨਹੀਂ ਜਾਂਦੇ, ਕਿਉਂਕਿ ਬੰਧਨ ਕੱਟ ਕੇ ਮੁਕਤ ਕੇਵਲ ਗੁਰੂ ਤੇ ਪ੍ਰਮਾਤਮਾ ਕਰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦਾ ਕੱਲ੍ਹ ਨੂੰ ਸ਼ਹਾਦਤ ਵਾਲਾ ਦਿਨ ਹੈ। ਮੈਂ ਅੱਜ ਕੁਛ ਉਹਨਾਂ ਦੀ ਬਾਣੀ 'ਚੋਂ ਤੇ ਇਤਿਹਾਸ ਵਿੱਚੋਂ ਵੀ ਉਦਾਹਰਨ ਉਹਨਾਂ ਦੀ ਹੀ ਬਾਣੀ ਵਿੱਚ ਵੀ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਮੈਨੂੰ ਪਤਾ ਸੰਗਤਾਂ ਆਪਣੇ ਘਰਾਂ ਵਿੱਚ ਨੇ। ਉਸ ਤਰ੍ਹਾਂ ਉਤਸ਼ਾਹਤ ਹੋ ਕੇ ਆਪ ਜੀ ਗੁਰਦੁਆਰੇ ਨਹੀਂ ਪਹੁੰਚ ਸਕੇ, ਕਿਤੇ ਥੋੜ੍ਹੇ ਟਾਵੀਆਂ ਸੰਗਤ ਜਾ ਵੀ ਰਹੀ ਹੈ, ਪਰ ਫਿਰ ਵੀ ਆਪਾਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਕੇ, ਇਸ ਘਰ 'ਚ ਬਹਿ ਕੇ ਹਿਰਦੇ ਘਰ ਵਿੱਚ ਵਸਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਾਣੀ ਨਾਲ ਜੁੜਨਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਨੂੰ ਪੁੱਛੀਏ ਮਹਾਰਾਜ ਕਿ ਬੰਧਨ ਕਿਵੇਂ ਕੱਟੇ ਜਾਂਦੇ ਆ। ਸਤਿਗੁਰਾਂ ਦੇ ਸੁਖਮਨੀ ਸਾਹਿਬ ਦੇ 2 ਬਚਨ ਮੈਂ ਆਪ ਨਾਲ ਸਾਂਝੇ ਕਰਾਂਗਾ, ਤੇ ਸਵੇਰੇ ਵੀ ਮੈਂ ਮੰਜੀ ਸਾਹਿਬ ਬੇਨਤੀ ਕਰਕੇ ਸਾਧ ਸੰਗਤ ਜੀ ਕਿ ਜਿਹੜੀ ਗੁਰਬਾਣੀ ਹੈ ਨਾ, ਮੈਂ ਰੋਜ਼ ਕਹਿ ਰਿਹਾ, ਚਲੋ ਇਸ ਗੱਲ ਨੂੰ, ਇਹ ਕੇਵਲ ਅੱਖਰ ਨਹੀਂ, ਇਹ ਨਹੀਂ ਕੇਵਲ ਕਵਿਤਾ ਹੈ। ਸਤਿਗੁਰੂ ਆਪ ਇਹਦੇ ਵਿੱਚ
ਉਹਨਾਂ ਦਾ ਧੁਰ ਆਪਾ ਸਮਾਇਆ ਹੋਇਆ ਹੈ। ਉਂਝ ਤਾਂ ਸਿਆਣੇ ਬੰਦੇ ਵੀ ਕਹਿੰਦੇ ਆ, ਜਿਹੜੇ ਸਾਹਿਤਕਾਰ ਨੇ ਉਹ ਕਹਿੰਦੇ ਨੇ ਲਿਖਾਰੀ ਦਾ ਅੰਦਰ ਜਿਹੜਾ ਹੈ ਲਿਖਤ ਵਿੱਚ ਸਮਾਇਆ ਹੁੰਦਾ ਹੈ, ਲਿਖਤ ਵਿੱਚ ਲਿਖਾਰੀ ਸਮਾਇਆ ਹੈ। ਜੇ ਬੌਧਿਕ ਤਲ ਤੇ ਲਿਖਣ ਵਾਲਾ ਇਹ ਕਹਿ ਰਿਹਾ ਹੈ, ਤੇ ਜਦੋਂ ਅਸੀਂ ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਕੋਈ ਖਤਮ ਕਰ ਸਕਿਆ? ਭਾਵੇਂ ਉਬਲਦੀ ਦੇਗ ਹੈ, ਤਪਦੀ ਤਵੀ ਹੈ, ਤਪਦੀ ਰੇਤ ਹੈ, ਤਪਾਉਣ ਵਾਲੇ ਤਾਂ ਦੁਨੀਆ ਤੋਂ ਕੂਚ ਕਰ ਗਏ, ਪਰ ਗੁਰੂ ਅਰਜੁਨ ਦੇਵ ਦਾ ਅੰਦਰ ਇੰਨਾ ਕੁ ਠੰਡਾ ਹੈ। ਧੰਨ ਗੁਰੂ ਅਰਜੁਨ ਦੇਵ ਉਹ ਇੱਕ ਥਾਂ ਤੋਂ ਵਜੂਦ ਖਤਮ ਕਰਨਾ ਚਾਹੁੰਦੇ ਸਨ, ਪਰ ਗੁਰੂ ਅਰਜੁਨ ਦੇਵ ਕਰੋੜਾਂ ਸਿੱਖਾਂ ਦੇ ਹਿਰਦਿਆਂ ਵਿੱਚ ਅੱਜ ਵੀ ਨਿਵਾਸ ਕਰਦਾ ਹੈ। ਉਹ ਆਪਣੇ ਅੰਦਰ ਦੀ ਠੰਡ ਸਿੱਖਾਂ ਦੇ ਅੰਦਰ ਨੂੰ ਦਿੰਦਾ ਹੈ। ਸੁਖਮਨੀ ਸਾਹਿਬ ਸਤਿਗੁਰੂ ਦਾ ਪੜ੍ਹਨੇ ਆ, ਤੇ ਇੱਕ ਵਾਰੀ ਦਾਸ ਨੇ ਕਿਹਾ ਸੀ, ਸੁਖਮਨੀ ਦੇ ਅਰਥ ਨੇ ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ। ਤੇ ਸੁਖਮਨੀ ਦਾ ਨਿਵਾਸ ਭਗਤ ਜਨਾਂ ਦੇ ਧੁਰ ਅੰਤਰ ਆਤਮਿਕ ਹੁੰਦਾ ਹੈ, ਜਿਹਨੂੰ ਅਸੀਂ ਸੁਖਮਨੀ ਸਾਹਿਬ 'ਚ, ਹਾਂ ਇਹ 3 ਵਾਰੀ ਆਇਆ ਜੀ ਸੁਖਮਨੀ ਸ਼ਬਦ ਸੁਖਮਨੀ ਸਾਹਿਬ ਜੀ ਦੇ ਪਾਠ 'ਚ, ਪਰ 3 ਵਾਰੀ ਨੰਨੇ ਨਾਲ ਆਇਆ, ਨਾਣੇ ਨਾਲ ਨਹੀਂ ਆਇਆ। ਸੁਖਮਨੀ ਗੌੜੀ ਸੁਖਮਨੀ, ਸੁਖਮਣੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਮਨ ਨੂੰ ਸੁਖ ਦੇਣ ਵਾਲਾ, ਮਨ ਨੂੰ ਸ਼ਾਂਤੀ ਦੇਣ ਵਾਲਾ ਪਰਮੇਸ਼ਵਰ ਦਾ ਨਾਮ ਹੈ। ਭਗਤ ਜਨਾਂ ਕੈ ਮਨ ਬਿਸਰਾਮ, ਭਗਤਾਂ ਦੇ ਇਹ ਹਿਰਦੇ ਵਿੱਚ ਵਸਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੇ ਘਟ ਸਿਮਰਨ ਰਾਮ ਕੋ, ਤੇ ਗੁਰੂ ਅਰਜੁਨ ਦੇਵ ਮਹਾਰਾਜ ਕਹਿ ਰਹੇ ਆ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਉਂਝ ਅਭਿਆਸ ਬਾਣੀ ਦਾ ਕਿਸੇ ਦੇ ਕਹਿਣ ਨਹੀਂ ਛੱਡਣਾ। ਜਿਹੜਾ ਬੰਦਾ ਕਿਸੇ ਬੌਧਿਕ ਤਲ ਤੇ ਬੰਦੇ ਦੇ ਖਿਆਲ ਸੁਣ ਕੇ ਉਹਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਅਭਿਆਸ ਛੱਡਦਾ, ਮੈਂ ਸੋਚਾਂਗਾ ਇਦੋਂ ਵੱਡੀ ਬਦਕਿਸਮਤੀ ਇਨਸਾਨ ਦੀ ਕੋਈ ਹੋ ਨਹੀਂ ਸਕਦੀ। ਮਹਾਰਾਜ ਅੱਗੇ ਤਾਂ ਰੋਜ਼ ਅਸੀਂ ਕਹਿੰਦੇ ਹਾਂ, ਦਾਤਾ ਕਿ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਤੇ ਜਿਨ੍ਹਾਂ ਨੂੰ ਮਿਲ ਕੇ ਗੁਰੂ ਚਿੱਤ ਵਿੱਚੋਂ ਕੱਢ ਦਿੱਤਾ ਜਾਏ, ਪਿਆਰਿਓ ਕਾਹਦਾ ਮਿਲਣਾ। ਮਹਾਰਾਜ ਤਾਂ ਕਹਿੰਦੇ ਆ ਸਤਿਗੁਰੂ ਕਿ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ, ਜਿਨ੍ਹਾਂ ਨੂੰ ਵੇਖ ਕੇ ਅੰਦਰ ਭੈਰੀ ਮੱਤ ਦਾ ਖਾਤਮਾ ਹੋ ਜਾਏ। ਮੈਂ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ। ਇਹ ਜਿਹੜੇ ਬੰਧਨ ਨੇ, ਮੁਕਤੀ ਹੈ, ਸਤਿਗੁਰੂ ਗੁਰੂ ਅਰਜੁਨ ਦੇਵ ਦੇ 2 ਅਧਿਪਦੇ ਲਾਂਗੇ, ਤੇ ਆਪ ਸਭ ਨੂੰ ਪਤਾ ਹੈ ਜ਼ਿਆਦਾ ਇਹਦੇ ਵਿੱਚ ਕੋਈ ਅਰਥ ਕਰਨ ਦੀ ਵੀ ਲੋੜ ਨਹੀਂ। ਬੜੇ ਸਰਲ ਸ਼ਬਦ ਸਤਿਗੁਰਾਂ ਨੇ ਵਰਤੇ ਨੇ। ਮਹਾਰਾਜ ਕਹਿੰਦੇ ਨੇ, ਪਹਿਲੀ ਗੱਲ ਕਿ ਸਤਿਗੁਰੂ ਆਪਣੇ ਸਿੱਖ ਦੀ ਸਰੀਰਕ ਤੌਰ ਤੇ ਵੀ, ਮਾਨਸਿਕ ਆਤਮਿਕ ਤੌਰ ਤੇ ਵੀ ਪਾਲਣਾ ਕਰਦਾ ਹੈ। 18ਵੀਂ ਅਸ਼ਟਪਦੀ ਦੇ ਮੈਂ 2 ਬੇਨਤੀਆਂ ਕਰਨੀਆਂ। ਮਹਾਰਾਜ ਕਹਿੰਦੇ ਕਿਵੇਂ ਬੰਧਨ ਕਟਿੰਦੇ ਨੇ, ਕਿਵੇਂ ਮੈਲ ਉਤਰਿੰਦੀ ਹੈ। ਹਜ਼ੂਰ ਨੇ ਫਰਮਾਇਆ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਇਸ ਗੱਲ ਨੂੰ ਹੋਰ ਫਿਰ ਸੁਣਿਓ। ਇਹ ਨਹੀਂ ਕਿ ਗੁਰੂ ਆਪਣੇ ਸਿੱਖ ਤੇ ਕਦੀ ਕਦੀ ਦਿਆਲੂ ਹੁੰਦਾ ਹੈ। ਕਹਿੰਦੇ ਨੇ ਗੁਰੂ ਸਦਾ ਹੀ ਦਿਆਲੂ ਹੈ। ਉਹ ਤਾਂ ਹਰ ਵਕਤ ਹੱਥ ਵਿੱਚ ਬਖਸ਼ਿਸ਼ ਲੈ ਕੇ ਬੈਠਾ, ਤੇਰਾ ਦਾਮਨ, ਤੇਰਾ ਅੰਚਲ, ਤੇਰੀ ਝੋਲੀ ਫੈਲਾਉਣ ਦੀ ਜ਼ਰੂਰਤ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਮੈਂ ਆਪ ਜੀ ਨੂੰ ਪਿਛਲੇ ਦਿਨੀ ਕਿਹਾ ਸੀ, ਦੁਰਮਤ ਸਿਓ ਨਾਨਕ ਫਦਿਓ, ਅਸੀਂ ਇਹ ਪੜ੍ਹਿਆ ਸੀ। ਤੇ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਜਿਹੜੀ ਪਵਾੜੇ ਦੀ ਜੜ ਹੈ ਕਿ ਮੱਤ ਦੀ ਮੈਲ, ਜਿਹਨੂੰ ਦੁਰਮਤ ਕਹਿੰਦੇ ਆ, ਸਤਿਗੁਰੂ ਪ੍ਰਤਪਾਲਨਾ ਆਤਮਿਕ ਤੌਰ ਤੇ ਕਰਨ ਲੱਗਿਆ ਸਿੱਖ ਦੇ ਅੰਦਰ ਨੂੰ ਧੋਣ ਲਈ ਸਭ ਤੋਂ ਪਹਿਲਾਂ ਇਹਦੀ ਭੈੜੀ ਮੱਤ ਦਾ ਖਾਤਮਾ ਕਰ ਦਿੰਦਾ ਹੈ। ਦੁਰਮਤ ਦੀ ਮੈਲ ਖੁਰਚ ਕੇ ਐ ਚੰਗੀ ਤਰ੍ਹਾਂ ਬਾਹਰ ਕੱਢ ਦਿੰਦਾ ਹੈ। ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ। ਜਦੋਂ ਮੈਲ ਖੁਰਚੀ ਗਈ, ਗੁਰ ਬਚਨੀ ਖਰ ਨਾਮ ਉਚਰੈ। ਸਿੱਖ ਆਪਣੇ ਗੁਰੂ ਦੇ ਬਚਨਾਂ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਉਚਰਦਾ ਹੈ। ਗੁਰ ਬਚਨੀ ਖਰ ਨਾਮ ਉਚਰੈ। ਅੱਗੇ ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰੂ ਆਪਣੇ ਸਿੱਖ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ। ਮੈਂ ਤਾਂ ਅੱਜ ਕਿਹਾ ਵੀ ਜਿਹਦੇ ਅੰਦਰ ਸਿਮਰਨ ਚਲਾ ਜਾਏ
ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਬੰਧਨ ਮੁਕਤ ਹੈ। ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਇਹ ਆਪਣੇ ਆਪ ਨਹੀਂ, ਅਸਲ 'ਚ ਘਟ ਵਿੱਚ ਸਿਮਰਨ ਤਾਂ ਵਸਦਾ ਹੈ ਜਦੋਂ ਸਤਿਗੁਰੂ ਕਿਰਪਾ ਕਰਦਾ ਹੈ ਤੇ ਗੁਰ ਪ੍ਰਸਾਦ ਸਿੱਖ ਦੇ ਬੰਧਨ ਕੱਟ ਦਿੰਦੀ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬੇਕਾਰ ਤੇ ਖੱਟ ਹੈ। ਪਿਆਰਿਓ, ਆਪਣੇ ਆਪ ਉਸ ਬੰਧਨ ਤੋਂ ਮੁਕਤ ਹੋ ਗਿਆ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਬੰਧਨ ਕੱਟਣਾ ਕੇਵਲ ਬੌਧਿਕ ਤੌਰ ਤੇ ਨਹੀਂ, ਜੇ ਅਸੀਂ ਮੁਕਤ ਹੋ ਗਏ ਜੀ। ਮਹਾਰਾਜ ਕਹਿੰਦੇ ਨੇ ਅਸਲ 'ਚ ਜਦੋਂ ਗੁਰੂ ਘਟ ਵਿੱਚ ਨਾਮ ਧਨ ਦੇ ਦਿੰਦਾ ਉਦੋਂ ਮੈਲ ਵੀ ਕਟੀਵੇਗੀ, ਬੰਧਨ ਵੀ ਜਾਣ। ਮਹਾਰਾਜ ਸ਼ਬਦ ਵਰਤ ਰਿਹਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਵੱਡਿਆਂ ਭਾਗਾਂ ਵਾਲਾ ਗੁਰੂ ਕਾ ਸਿੱਖ। ਫਿਰ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕਾ ਖਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹ ਲੋਕ ਵੀ ਤੇ ਪਰਲੋਕ ਵੀ, ਖਾਲਤ ਪਲਤ, ਐਥੈ ਓਥੈ, ਇਹਾਂ ਉਹਾਂ, ਆਗੈ ਪਾਛੈ, ਇਹ ਸਾਰੇ ਸ਼ਬਦ ਸਤਿਗੁਰਾਂ ਨੇ ਬਾਣੀ 'ਚ ਵਰਤੇ ਆ। ਸਤਿਗੁਰ ਸਿੱਖ ਕਾ ਖਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਹੁਣ ਇਸ ਪਦੇ 'ਚ 18ਵੀਂ ਅਸ਼ਟਪਦੀ ਦਾ ਇਹ ਪਹਿਲਾ ਪਦਾ ਹੈ। ਮੈਂ ਪਾਠ ਕੀਤਾ, ਆਪ ਨੇ ਸੁਣਿਆ, ਆ ਪਾਠ ਕਰਨ ਵਾਲੇ ਵੀ ਸੁਣ ਰਹੇ। ਹੁਣ ਇਸ ਪਦੇ ਵਿੱਚ ਕਿਸੇ ਵੀ ਤੁਕ ਵਿੱਚ ਇਹ ਨਹੀਂ ਕਿਹਾ ਵੀ ਸਿੱਖ ਆਹ ਕਰਦਾ ਤੇ ਗੁਰੂ ਤਾਂ ਕਰਦਾ ਹੈ। ਦੇਖੋ, ਇਹਦੇ ਵਿੱਚ ਇਹੀ ਕਿਹਾ ਕਿ ਸਿੱਖ ਦੀ ਪ੍ਰਤਪਾਲਨਾ ਕਰਦੇ ਨੇ ਸੇਵਕ ਤੇ ਗੁਰੂ ਦਿਆਲੂ ਰਹਿੰਦਾ ਹੈ, ਹਮੇਸ਼ਾ ਬਖਸ਼ਿਸ਼ ਕਰਦਾ, ਉਹਦੇ ਬੰਧਨ ਕੱਟਦਾ, ਉਹਦੀ ਮੈਲ ਕੱਟਦਾ, ਉਹਨੂੰ ਨਾਮ ਧਨ ਦਿੰਦਾ, ਉਹ ਉਹਦੇ ਹਲਤ ਪਲਤ ਸਹਾਇਕ ਹੁੰਦਾ, ਉਹਦੀ ਜਿੰਦ ਨੂੰ ਸੰਭਾਲਦਾ। ਇਸ ਵਿੱਚ ਇਹ ਨਹੀਂ ਕਿਹਾ ਸਿੱਖ ਸਾਧਨਾ ਕੀ ਕਰਦਾ। ਇਸ ਤੋਂ ਅਗਲਾ ਜਿਹੜਾ ਪਦਾ ਹੈ ਉਸ ਵਿੱਚ ਦੱਸਿਆ ਕਿ ਸਿੱਖ ਕੀ ਕਰਦਾ ਹੈ, ਕਿਹਦੇ ਬੰਧਨ ਕੱਟੇ ਜਾਂਦੇ ਆ। ਮਹਾਰਾਜ ਕਹਿੰਦੇ ਨੇ ਇਹਨੂੰ ਕੋਈ ਸਾਧਨਾ ਕਰਨੀ ਪੈਂਦੀ ਹੈ ਨਾ। ਉਹ ਬਚਨ ਹੈ ਅਗਲਾ ਪਦਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਣੇ ਗੁਰੂ ਦੇ ਹੁਕਮ ਨੂੰ ਮਨ ਵਿੱਚ ਸਹਿ ਜਾਏ, ਮਨ ਵਿੱਚ ਖਿੜੇ ਮੱਥੇ ਸਵੀਕਾਰ ਕਰ ਲੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ। ਆਪਣੇ ਆਪ ਨੂੰ ਕਿਤੇ ਜਨਾਈ ਨਾ ਕਿ ਮੈਂ ਆਹ ਸੇਵਾ ਕੀਤੀ, ਮੈਂ ਆਹ ਸਿਮਰਨ ਕੀਤਾ, ਮੈਂ ਆਹ ਕੁਛ ਕੀਤਾ। ਆਪਣੇ ਆਪ ਨੂੰ ਬਿਲਕੁਲ ਮਾਰ ਕੇ ਰੱਖ ਦੇਵੇ, ਆਪਣਾ ਆਪ ਮਿਟਾ ਦੇਵੇ। ਮਹਾਰਾਜ ਕਹਿੰਦੇ ਨੇ ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਣੇ ਹਿਰਦੇ ਵਿੱਚ ਸਦੀਵ ਖਰੀ ਦੇ ਨਾਮ ਨੂੰ ਧਿਆਵੇ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਹੁਣ ਅਗਲਾ ਬਚਨ ਹੈ, ਬੰਧਨ ਕਿਵੇਂ ਕੱਟੇ ਗਏ, ਨਾਮ ਕਿਵੇਂ ਅੰਦਰ ਵਸ ਗਿਆ। ਮਹਾਰਾਜ ਕਹਿੰਦੇ ਆ, ਮਨ ਵੇਚੈ ਸਤਿਗੁਰ ਕੈ ਪਾਸ। ਆਪਣਾ ਮਨ ਵੇਚ ਦਿੱਤਾ। ਪਰਮਾਤਮਾ ਨੂੰ ਪੈਸੇ ਨਾਲ ਨਹੀਂ ਕੋਈ ਖਰੀਦ ਸਕਦਾ। ਜੇ ਕਹੀਏ ਜੀ ਮੈਂ ਬਹੁਤ ਸਾਰਾ ਦਾਨ ਪੁੰਨ ਕਰ ਦਿੱਤਾ ਤੇ ਮੈਂ ਪਰਮਾਤਮਾ ਨੂੰ ਖਰੀਦ ਲਾਂਗਾ, ਇਹ ਝੂਠ ਹੈ। ਦਾਨ ਇੱਕ ਦੈਵੀ ਗੁਣ ਹੈ, ਰੂਹਾਨੀਅਤ ਵਿੱਚ ਤੇਰੀ ਮਦਦ ਕਰਦਾ, ਪੁੰਨ ਬਣਾਉਣ 'ਚ ਸਹਾਇਕ ਹੁੰਦਾ। ਪਰ ਦਾਨ ਨਾਲ ਰੱਬ ਰੀਝ ਜਾਊਗਾ। ਇਸੇ ਕਰਕੇ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ। ਹਜ਼ੂਰ ਨੇ ਕਿਹਾ, ਸੰਮਨ ਜਾਓ ਉਸ ਪ੍ਰੇਮ ਕੀ ਦਮ ਕੋ ਹੋਤੀ ਸਾਟ। ਜੇ ਦਮੜਿਆਂ ਨਾਲ, ਪੈਸਿਆਂ ਨਾਲ, ਇਹਨਾਂ ਚੀਜ਼ਾਂ ਨਾਲ ਰੱਬ ਦਾ ਵੱਟਾ ਸੱਟਾ ਹੋ ਜਾਂਦਾ ਵੀ ਮੈਂ ਤੈਨੂੰ ਇੰਨੇ ਦੇ ਦਿੱਤੇ, ਤੂੰ ਇਹਦੇ ਬਦਲੇ ਮੈਨੂੰ ਇਹ ਦੇ ਦੇ, ਤੇ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਸਤਿਗੁਰੂ ਦੇ ਘਰ 'ਚ ਜਾਂ ਪਰਮੇਸ਼ਵਰ ਦੇ ਨਾਮ ਤੇ ਕੁਛ ਵੀ ਦੇ ਕੇ, ਕਿਸੇ ਕਿਸਮ ਦੀ ਵੀ ਸਤਿਗੁਰੂ ਦੇ ਘਰ 'ਚ ਸੇਵਾ ਕਰਕੇ ਇਸ ਫੁਰਨੇ ਨੂੰ ਮਤ ਪਾ ਲਿਓ ਕਿ ਮੈਂ ਆਖਰ ਇੰਨਾ ਹੀ ਸੇਵਾ ਕੀਤੀ, ਇਹਦੇ ਬਦਲੇ ਆ ਤਾਂ ਮਿਲੂਗਾ ਨਾ। ਇਹਦਾ ਮਤਲਬ ਉਹ ਸੌਦੇਬਾਜ਼ੀ ਹੈ। ਸਤਿਗੁਰੂ ਨੇ ਬਾਣੀ 'ਚ ਬਚਨ ਕਹਿਆ, ਕਹਿੰਦੇ ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕਰ ਲਈ। ਤੇ ਇਹ ਵੀ ਬੇਨਤੀ ਗੁਰੂ ਗ੍ਰੰਥ ਸਾਹਿਬ 'ਚੋਂ ਮੈਂ ਕਰ ਰਿਹਾ ਕਿ ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕਰ ਲਈ, ਆਪਣਾ ਸੀਸ ਵੱਢ ਕੇ ਭੇਟ ਦਿੱਤਾ। ਜੇ ਪੈਸੇ ਨਾਲ ਖਰੀਦਣਾ ਹੁੰਦਾ ਤੇ ਉਹਦੇ ਕੋਲ ਕੋਈ ਰੁਪਈਏ ਦੀ ਕਮੀ ਸੀ ਜੀ। ਸੋਨੇ ਦੀ ਲੰਕਾ ਦਾ ਮਾਲਕ, ਦਾ ਮਤਲਬ ਜਿਸ ਕੋਲ ਪੈਸੇ ਦੀ ਕਮੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ, ਸੰਮਨ ਜਾਓ ਉਸ ਪ੍ਰੇਮ ਕੀ ਦਮ ਕੋ ਹੋਤੀ ਸਾਟ। ਜੇ ਦਮੜਿਆਂ ਨਾਲ ਪ੍ਰੇਮ ਮਿਲਦਾ ਹੁੰਦਾ,
ਰਾਵਣ ਖੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਠ। ਰਾਵਣ ਕੋਈ ਕੰਗਾਲ ਸੀ, ਆਪਣੇ ਇਸ਼ਟ ਅੱਗੇ ਸਿਰ ਰੱਖ ਦਿੱਤੇ ਉਹਨੇ। ਇਸੇ ਕਰਕੇ ਕਬੀਰ ਜੀ ਨੇ ਕਿਹਾ ਕਿ ਕੰਚਨ ਸਿਉ ਪਾਈਐ ਨਹੀਂ ਤੋਲ। ਸੋਨੇ ਨਾਲ ਤੋਲ ਕੇ ਪ੍ਰਮਾਤਮਾ ਨਹੀਂ ਮਿਲਦਾ। ਮਨ ਦੇ ਰਾਮ ਲਿਆ ਹੈ ਮੋਲ। ਪਰ ਇਹ ਮਨਵਾ ਇੰਨਾ ਚਲਾਕ ਹੈ, ਇਹ ਕਹਿੰਦਾ ਮੈਂ ਝਾੜੂ ਵੀ ਤੇਰਾ ਲਾ ਦਿਆਂਗਾ, ਭਾਂਡੇ ਵੀ ਤੇਰੇ ਮਾਂਜ ਦਿਆਂਗਾ, ਪੈਸੇ ਵੀ ਤੈਨੂੰ ਦੇ ਦਿਆਂਗਾ, ਜੋ ਕਹੇਂਗਾ ਮੈਂ ਕਰ ਲਾਂਗਾ। ਪਰ ਇਹਨੂੰ ਬਚਾ ਕੇ ਰੱਖਣਾ ਚਾਹੁੰਦਾ। ਨਹੀਂ ਪਿਆਰਿਓ, ਅਸਲ 'ਚ ਸਿਮਰਨ ਵਸਦੇ ਉਹਦੇ ਘਟ 'ਚ ਜਿਹੜਾ ਮਨ ਗੁਰੂ ਨੂੰ ਦੇ ਆਉਂਦਾ। ਜੇ ਅਸੀਂ ਲਲਾਰੀ ਕੋਲ ਜਾਈਏ ਤੇ ਬੀਬੀਆਂ ਨੇ ਚੁੰਨੀ ਰੰਗਾਣੀ ਹੋਵੇ ਲਲਾਰੀ ਕੋਲ, ਇਹ ਕਹਿਣ ਵੀ ਮੇਰੀ ਚੁੰਨੀ ਰੰਗ ਦੇ, ਪਰ ਮੈਂ ਇਹ ਸਿਰ ਤੋਂ ਲਾ ਕੇ ਨਹੀਂ ਦੇਣੀ। ਕਦੀ ਤੁਸੀਂ ਦੇਖਿਆ ਵੀ ਚੁੰਨੀ ਵੀ ਸਰੀਰ ਤੇ ਰਹੇ ਤੇ ਰੰਗੀ ਵੀ ਜਾਏ? ਨਹੀਂ ਪਿਆਰਿਓ, ਚੁੰਨੀ ਲਾਵੇਗੀ ਤੇ ਲਲਾਰੀ ਰੰਗੇਗਾ। ਜੇ ਕਹੀਏ ਮਨ ਤੇ ਕਬਜ਼ਾ ਵੀ ਮੇਰਾ ਰਹੇ, ਮਨ ਰੂਪੀ ਚੁੰਨੀ ਵੀ ਨਹੀਂ ਮੈਂ ਛੱਡਣੀ ਤੇ ਮੈਨੂੰ ਰੰਗ ਦੇ, ਕਦੀ ਹੋ ਹੀ ਨਹੀਂ ਸਕਦਾ। ਕਿਉਂਕਿ ਚੁੰਨੀ ਉਹੀ ਰੰਗੀ ਜਾਏਗੀ ਜਿਹੜੀ ਲਲਾਰੀ ਕੋਲ ਹੋਵੇਗੀ, ਤੇ ਮਨ ਵੀ ਉਹ ਰੰਗਿਆ ਜਾਏਗਾ ਜਿਹੜਾ ਗੁਰੂ ਨੂੰ ਭੇਟਾ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਪਿਆਰਿਓ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਕਾਮੀ। ਮੈਂ ਬੇਨਤੀ ਕਰ ਰਿਹਾ, ਤੇ ਨਰ ਹਰ ਅੰਤਰ ਨਹੀਂ। ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਸ ਨੂੰ ਸੁਆਮੀ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਸਾਹਮਣੇ ਸਮਰਪਿਤ ਕਰਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਅਨੇਕਾਂ ਸਾਡੇ ਤੇ ਬਖਸ਼ਾਂ ਕੀਤੀਆਂ। ਮੈਂ ਸੁਬਾਹ ਵੀ ਅਰਜ਼ ਕੀਤੀ, ਸਭ ਤੋਂ ਵੱਡੀ ਕਿਰਪਾ, ਸਭ ਤੋਂ ਵੱਡੀ ਬਖਸ਼ਿਸ਼ ਜਿਹਦੇ ਕਰਕੇ ਸਿੱਖ ਅੱਜ ਜਿਉਂਦਾ ਹੈ, ਜਿਸ ਕਰਕੇ ਸਿੱਖ ਦੇ ਅੰਦਰ ਰੂਹਾਨੀਅਤ ਦੇ ਖੂਨ ਜਿਹੜਾ ਉਹ ਦੌੜਦਾ ਹੈ, ਸਭ ਤੋਂ ਵੱਡੀ ਕਿਰਪਾ ਜਿਹੜੀ ਸਾਨੂੰ ਨਿਰਮਲਤਾਈ ਤੇ ਨਿਆਰਾਪਨ ਦਿੰਦੀ ਹੈ, ਉਹ ਕਿਰਪਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪ੍ਰਕਾਸ਼ ਕਰਾ ਦੇਣਾ। ਇਹ ਸੁਬਾਹ ਅਰਜ਼ ਕੀਤੀ ਸੀ। ਮਹਾਰਾਜ ਜੀ ਦੇ ਦਰ ਤੇ ਅਨੇਕਾਂ ਸੇਵਾ ਕਰਨ ਵਾਲੇ ਆਏ, ਕਿਉਂਕਿ ਉਸ ਵਕਤ ਹਰਮੰਦਰ ਜੀ ਦੀ ਵੀ ਉਸਾਰੀ ਹੋ ਰਹੀ ਸੀ, ਹੋਰ ਵੀ ਜਿਹੜੀਆਂ ਨੇ ਕਾਰ ਸੇਵਾਵਾਂ ਚੱਲ ਰਹੀਆਂ ਸਨ। ਮੈਂ ਇੱਕ ਉਦਾਹਰਨ ਅੱਜ ਸਾਖੀ, ਸਤਿਗੁਰੂ ਦੇ ਸਿੱਖ ਜਿਹੜੇ ਮੁਕਤ ਹੋ ਗਿਆ ਬੰਧਨਾਂ ਤੋਂ, ਮੈਂ ਉਹਦੇ ਆਧਾਰ ਤੇ ਬੇਨਤੀ ਕਰਨ ਲੱਗਾ, ਕਿਉਂਕਿ ਇਸ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ੁਭਾ ਸ਼ਹਾਦਤ ਵਾਲਾ ਦਿਨ ਹੈ। ਅਨੇਕਾਂ ਸਿੱਖ ਆਉਂਦੇ ਸਨ, ਪਰ ਕਈ ਐਸੇ ਸਨ ਜਿਨ੍ਹਾਂ ਦਾ ਪਿਛੋਕੜ ਕਿਤੇ ਇਸਲਾਮ ਨਾਲ ਸੰਬੰਧਿਤ ਸੀ, ਕਬਰਾਂ ਨੂੰ ਪੀਰਾਂ ਨੂੰ ਮੰਨਦੇ ਸਨ। ਕਈ ਸਨਾਤਨੀ ਮਤ ਨਾਲ ਪਿੱਛਾ ਸੰਬੰਧਿਤ ਸਨ, ਕਈ ਜੋਗ ਮਤ ਨਾਲ ਰਿਲੇਟਡ ਸਨ। ਪਰ ਜਦੋਂ ਸਤਿਗੁਰੂ ਦੇ ਦਰ ਤੇ ਆ ਕੇ ਉਹਨਾਂ ਦੇਖਣਾ, ਤੇ ਉਹ ਜਗਿਆਸੂ ਝੂਠੇ ਨਹੀਂ ਸਨ, ਸੱਚੇ ਢੂੰਡਾਊ ਸਨ, ਸੱਚ ਦੇ ਖੋਜੀ ਸਨ, ਸੱਚ ਦੇ ਮੁਤਲੈਸ਼ੀ ਸਨ। ਪਰ ਜਦੋਂ ਕਿਤੇ ਰਾਹ ਨਾ ਲੱਭਣਾ ਤੇ ਉਹਨੂੰ ਸੱਚ ਸਮਝ ਕੇ ਤੁਰ ਪੈਣਾ। ਉਹਨਾਂ ਨੇ ਜਦੋਂ ਆਉਣਾ ਫਿਰ ਸਤਿਗੁਰੂ ਦੇ ਹੋ ਕੇ ਰਹਿ ਜਾਣਾ। ਇੱਕ ਸਿੱਖ ਹੋਇਆ ਜਿਸ ਨੂੰ ਆਪਾਂ ਭਾਈ ਮੰਝ ਕਹਿੰਦੇ ਹਾਂ। ਅਸਲ 'ਚ ਇਹਨਾਂ ਦਾ ਨਾਮ ਸੀ ਭਾਈ ਤੀਰਥਾ। ਮੰਝਕੀ ਦੇ ਰਹਿਣ ਵਾਲੇ ਨੇ। ਭਾਈ ਤੀਰਥਾ ਇਹ ਸਖੀ ਸਰਵਰ ਦਾ ਪੁਜਾਰੀ ਸੀ। ਪੰਜਾਬ ਦਾ ਕਾਫੀ ਹਿੱਸਾ ਜਿਹੜਾ ਹੈ ਉਸ ਵਕਤ ਸਰਵਰੀਆਂ ਨੂੰ ਮੰਨਦਾ ਸੀ, ਕਬਰਾਂ ਨੂੰ ਮੰਨਦਾ ਸੀ, ਕਬਰਾਂ ਤੇ ਭੇਟ ਰੋਡ ਚਾੜਦਾ ਸੀ। ਤੇ ਮੈਨੂੰ ਬਖਸ਼ ਦਿਓ, ਮੈਂ ਨਿੰਦਿਆ ਨਹੀਂ ਕਰ ਰਿਹਾ, ਅੱਜ ਵੀ ਕਾਫੀ ਹਿੱਸਾ ਜਿਹੜਾ ਉਹ ਕਬਰਾਂ ਵਾਲੇ ਪਾਸੇ ਤੁਰਿਆ ਹੋਇਆ ਹੈ। ਉਦੋਂ ਸਰਵਰੀਆਂ ਨੂੰ ਆ ਸੂਫੀ ਜਿਹੜੇ ਸਨ ਸਰਵਰੀਏ, ਉਹ ਖਿੱਚ ਕੇ ਕਬਰਾਂ ਵੱਲ ਲੈ ਜਾਂਦੇ ਸਨ। ਉਂਝ ਇਸਲਾਮ ਕਿਹੜਾ ਕਹਿੰਦਾ ਕਬਰਾਂ ਨੂੰ ਪੂਜੋ? ਹਜ਼ਰਤ ਮੁਹੰਮਦ ਸਾਹਿਬ ਦੀ ਸਿੱਖਿਆ ਤੇ ਨਹੀਂ ਕਹਿ ਰਹੀ ਕਬਰਾਂ ਨੂੰ ਪੂਜੋ। ਉਦੋਂ ਖਿੱਚ ਕੇ ਲਿਜਾਂਦੇ ਸਨ। ਇਸ ਗੱਲ ਨੂੰ ਕੌੜਾ ਸਮਝ ਲਿਓ ਭਾਵੇਂ, ਉਦੋਂ ਪੀਰ ਖਿੱਚ ਕੇ ਲਿਜਾਂਦੇ ਸਨ। ਅੱਜ ਕੱਲ੍ਹ ਗਵਈਏ ਕਬਰਾਂ ਵੱਲ ਖਿੱਚ ਕੇ ਲਿਜਾਂਦੇ ਨੇ, ਲਿਜਾਂਦੇ ਇਹ ਵੀ ਜਵਾਨੀ ਨੂੰ ਕਬਰਾਂ ਵਾਲੇ ਪਾਸੇ ਆ। ਗੁਰੂ ਘਰ 'ਚ ਉਹ ਸਿੱਖ ਆਇਆ, ਉਹ ਇਨਸਾਨ ਆਇਆ ਭਾਈ ਤੀਰਥਾ। ਉਹਨੇ ਦੇਖਿਆ ਸਤਿਗੁਰੂ ਮਹਾਰਾਜ, ਚਲੋ ਮੈਂ ਭਾਈ ਮੰਝ ਹੀ ਸ਼ਬਦ ਵਰਤਾਂ ਜੋ ਪ੍ਰਚਲਿਤ। ਭਾਈ ਮੰਝ ਨੇ ਦੇਖਿਆ ਵੀ ਅੰਮ੍ਰਿਤ ਵੇਲੇ ਸਿੱਖ ਉੱਠਦੇ ਆ ਤੇ ਸਤਿਗੁਰੂ ਦੇ ਘਰ ਦੇ ਵਿੱਚੋਂ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ, ਨਾਮ ਜਪਦੇ ਆ। ਤੇ ਫਿਰ ਇਹ ਨਹੀਂ ਕਿ ਨਾਮ ਜਪ ਕੇ ਉਹ ਕਿਸੇ ਗੁਫਾ 'ਚ ਵੜ ਜਾਂਦੇ ਆ।
ਜਿਹੜੇ ਸਵੇਰੇ ਅੰਮ੍ਰਿਤ ਵੇਲੇ ਨੇਤਰ ਬੰਦ ਕਰਕੇ ਆਪਣੇ ਤੁਰ ਅੰਤਰ ਸਮਾਧੀ ਵਿੱਚ ਅਸਥਿਤ ਹੁੰਦੇ ਨੇ, ਦਿਨੇ ਵੇਖਦੇ ਨੇ ਉਹੀ ਕੋਈ ਇੱਟਾਂ ਢੋਈ ਜਾਂਦਾ, ਕੋਈ ਗਾਰਾ ਢੋਈ ਜਾਂਦਾ, ਕੋਈ ਚੂਨਾ ਪੀ ਜਾਂਦਾ, ਕੋਈ ਲੰਗਰ ਦੇ ਵਿੱਚ ਭਾਂਡੇ ਮਾਂਜੀ ਜਾਂਦਾ, ਕੋਈ ਲੰਗਰ ਪਕਾਈ ਜਾਂਦਾ, ਕੋਈ ਬਾਲਣ ਚੁੱਲ੍ਹੇ ਵਿੱਚ ਡਾਈ ਜਾਂਦਾ। ਉਹ ਦੇਖ ਕੇ ਕਹਿੰਦਾ ਇਹ ਸਵੇਰੇ ਕਿਸ ਤਰ੍ਹਾਂ ਟਿਕੇ, ਹੁਣ ਕੀ ਕਰ ਰਹੇ। ਤੇ ਜਦੋਂ ਪ੍ਰਭਾਵਿਤ ਹੋ ਗਿਆ, ਉਹਨੇ ਸਿੱਖਾਂ ਨੂੰ ਇੱਕ ਦਿਨ ਗੱਲ ਕੀ, ਕਹਿੰਦਾ ਸਿੱਖੋ, ਮੈਨੂੰ ਇੰਜ ਪ੍ਰਤੀਤ ਹੁੰਦਾ ਹੈ, ਪਹਿਲੇ ਦਿਨ ਆਇਆ ਤਾਂ ਮਹਿਸੂਸ ਨਹੀਂ ਹੋਇਆ, ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਤੁਹਾਡਾ ਸਤਿਗੁਰੂ ਝੀਲ ਹੈ। ਤਿੰਨ ਗੱਲਾਂ ਸੁਣਨ ਵਾਲੀਆਂ, ਤੁਹਾਡਾ ਸਤਿਗੁਰੂ ਝੀਲ ਹੈ, ਤੁਸੀਂ ਉਸ ਝੀਲ ਵਿੱਚੋਂ ਨਿਕਲੇ ਹੋਏ ਦਰਿਆ ਹੋ। ਜਿੱਥੇ ਦਰਿਆ ਜਾਂਦਾ ਹੈ ਉੱਥੇ ਖਰਿਆਵਲ ਪੈਦਾ ਕਰੀ ਜਾਂਦਾ ਹੈ। ਸਿੱਖੋ, ਜਿੱਥੇ ਤੁਸੀਂ ਜਾਂਦੇ ਹੋ ਤੁਹਾਡਾ ਜੀਵਨ ਸੁੱਕਿਆਂ ਹੋਇਆਂ ਦੇ ਜੀਵਨ ਖਰੇ ਕਰੀ ਜਾਂਦਾ ਹੈ। ਦੂਜੀ ਗੱਲ, ਤੁਹਾਡਾ ਸਤਿਗੁਰੂ ਸਮੁੰਦਰ ਹੈ, ਤੁਸੀਂ ਸਮੁੰਦਰ ਵਿੱਚੋਂ ਉੱਠੇ ਹੋਏ ਬੱਦਲ ਹੋ। ਜਿੱਥੇ ਜਾਂਦੇ ਹੋ ਵਰਸਦੇ ਹੋ, ਤੇ ਉੱਚੀਆਂ ਥਾਵਾਂ ਦੇ ਉੱਤੇ ਵੀ ਤੁਸੀਂ ਹਰਿਆਵਲ ਪੈਦਾ ਕਰ ਦਿੰਦੇ ਹੋ। ਪਹਿਲੀ ਗੱਲ ਕਹੀ ਝੀਲ ਹੋ ਸਤਿਗੁਰੂ, ਤੇ ਤੁਸੀਂ ਦਰਿਆ ਹੋ, ਗੁਰੂ ਸਾਗਰ ਹੈ, ਤੁਸੀਂ ਉੱਠੇ ਹੋਏ ਬੱਦਲ ਹੋ। ਤੀਸਰੀ ਗੱਲ ਕਹੀ ਤੁਸੀਂ ਗੁਰੂ ਤੁਹਾਡਾ ਚੰਦਨ ਹੈ, ਤੁਸੀਂ ਹਵਾਵਾਂ ਹੋ। ਜਿਹੜੀ ਹਵਾ ਚੰਦਨ ਕੋਲੋਂ ਨਿਕਲ ਜਾਏ, ਜਿੱਥੇ ਜਾਏ ਚੰਦਨ ਦੀ ਸੁਗੰਧੀ ਲੈ ਜਾਂਦੀ ਹੈ। ਸਿੱਖੋ, ਜਿੱਥੇ ਜਾਂਦੇ ਹੋ ਤੁਸੀਂ ਆਪਣੇ ਗੁਰੂ ਦੀ ਬੰਦਗੀ ਤੇ ਸਿਮਰਨ ਦੀ ਮਹਿਕ ਲੈ ਜਾਂਦੇ ਹੋ। ਮੇਰਾ ਦਿਲ ਕਰਦਾ ਮੈਂ ਸਿੱਖ ਬਣ ਜਾ। ਉਹਨਾਂ ਕਿਹਾ ਜੀ ਇਹ ਕਿਹੜੀ ਗੱਲ। ਹੁਣ ਅੱਜ ਕੱਲ੍ਹ ਕਈ ਵਾਰੀ ਪੜ੍ਹਨ ਨੂੰ ਮਿਲਦਾ ਹੈ ਨਾ, ਆਮ ਅਨਮਤ ਵਾਲੇ ਵੀ ਕਈ ਵੀ ਸਿੱਖਾਂ ਦੀ ਸੇਵਾ ਦੇ ਕੇ ਸਾਡਾ ਦਿਲ ਕਰਦਾ ਅਗਲੇ ਜਨਮ ਵਿੱਚ ਅਸੀਂ ਸਿੱਖਾਂ ਦੇ ਘਰ ਪੈਦਾ ਹੋਈਏ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਅਗਲੇ ਜਨਮ ਦੀ ਕੋਈ ਵੇਟ ਨਾ ਕਰਿਓ। ਤੇ ਸਿੱਖੀ ਵਿੱਚ ਕਿਤੇ ਵੀ ਨਹੀਂ ਕਿਹਾ ਵੀ ਜਿਸ ਘਰ 'ਚ ਤੂੰ ਹੁਣ ਜੰਮਿਆ ਮਰ ਕੇ ਅਗਲੇ ਜਨਮ ਸਿੱਖਾਂ ਘਰ ਪੈਦਾ ਹੋਏਗਾ ਤਾਂ ਸਿੱਖੀ ਮਿਲੇਗੀ। ਇਹ ਤਾਂ ਬਹਾਨਾ ਹੈ ਕਿ ਅਗਲੇ ਜਨਮ। ਮੈਨੂੰ ਯਾਦ ਹੈ ਇੱਕ ਵਾਰੀ ਕਵੀ ਦਰਬਾਰ 'ਚ ਇਸਲਾਮ ਨਾਲ ਸੰਬੰਧਿਤ ਵੀਰ ਨੇ ਕਿਤੇ ਕਹਿ ਦਿੱਤਾ ਹੀ ਕਿ ਮੇਰਾ ਦਿਲ ਕਰਦਾ ਕਵਿਤਾ 'ਚ ਮੈਂ ਅਗਲੇ ਜਨਮ 'ਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵਾਂ, ਮੈਂ ਇਸ ਤਰ੍ਹਾਂ ਸੇਵਾ ਕਰਾਂ। ਸਕੱਤਰ ਬੜਾ ਸਿਆਣਾ ਸੀ, ਉਹਨੇ ਕਿਹਾ ਭਾਈ ਸਾਹਿਬ ਜੀ, ਕਹਿੰਦਾ ਕਵੀ ਜਨ ਜੀ ਅਗਲੇ ਜਨਮ ਦੀ ਲੋੜ ਹੀ ਨਹੀਂ, ਤੁਸੀਂ ਅੱਜ ਗੁਰੂ ਸਾਹਮਣੇ ਸੀਸ ਝੁਕਾ ਕੇ ਅੰਮ੍ਰਿਤ ਦੀ ਦਾਤ ਲੈ ਲਓ, ਤੁਸੀਂ ਇਸੇ ਜਨਮ ਵਿੱਚ ਹੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਜਾਓਗੇ। ਇਹ ਨਹੀਂ ਵੀ ਅਗਲਾ ਜਨਮ ਕਿੰਨੇ ਵੇਖਿਆ, ਬਸ ਵਰਤਮਾਨ 'ਚ ਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਲ ਚਲਾ ਗਿਆ ਮੰਝ, ਤੇ ਮੈਂ ਭਾਵਨਾ ਸਹਿਤ ਤੇ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਦਿਓ। ਗੁਰੂ ਅਰਜੁਨ ਦੇਵ ਮਹਾਰਾਜ ਚੁੱਪ ਕਰ ਗਏ। ਇਹਨੇ ਫਿਰ ਕਿਹਾ ਜੀ ਮੈਨੂੰ ਸਿੱਖੀ ਦੀ ਦਾਤ ਦਿਓ। ਤੇ ਮਹਾਰਾਜ ਗੁਰੂ ਅਰਜੁਨ ਦੇਵ ਫਿਰ ਬੋਲੇ, ਕਹਿਣ ਲੱਗੇ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਜੇ ਹਜ਼ੂਰ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਜਿਹੜਾ ਪਹਿਲਾਂ ਹੀ ਭਾਂਡਾ ਭਰਿਆ ਤੇਰੇ ਅੰਦਰ ਸਿੱਖੀ ਤਾਂ ਪਹਿਲਾਂ ਕਬਰਾਂ ਦੀ ਹੈ, ਤੂੰ ਕਬਰਾਂ ਪੂਜਣਾ ਤੇ ਇਹ ਸਿੱਖੀ ਜਿਹੜੀ ਇਹ ਕਬਰਾਂ ਦੀ ਨਹੀਂ। ਇੱਥੇ ਤਾਂ ਪੂਜਾ ਕੀਤੀ ਜਾਂਦੀ ਹੈ, ਪੂਜਾ ਕੀਚੈ ਨਾਮ ਤੇ ਆਈ ਹੈ ਵੀ ਨਾਮੈ ਪੂਜ ਨਾ ਹੋਏ। ਇੱਥੇ ਕਬਰ ਨਹੀਂ, ਇੱਥੇ ਪੂਜੋ ਰਾਮ ਏਕ ਹੀ ਦੇਵਾ। ਇੱਥੇ ਜਿਹੜੀ ਪੂਜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਹੈ, ਬੰਦਗੀ ਹੈ ਜੀ। ਮੈਂ ਸਮਝਿਆ ਨਹੀਂ। ਫਿਰ ਮਹਾਰਾਜ ਨੇ ਕਿਹਾ ਜਿਹੋ ਜੈ ਨੂੰ ਪੂਜੇਗਾ, ਕਿਉਂਕਿ ਅੱਜ ਦੀ ਮੈਂ ਕਥਾ 'ਚ ਬੇਨਤੀ ਕਰਨੀ, ਜਿਹੋ ਜੈ ਨੂੰ ਪੂਜੇਗਾ ਉਹੋ ਜਿਹਾ ਹੋ ਜਾਏਗਾ। ਕਬਰਾਂ ਨੂੰ ਪੂਜ ਕੇ ਅੰਦਰ ਵੀ ਕਬਰ ਬਣ ਚੁੱਕਾ ਹੈ। ਮੇਰੀ ਬੇਨਤੀ ਜਿੰਨੇ ਆਪ ਸੁਣਦੇ ਪਏ ਹੋ ਇਹਨੂੰ ਦਵੈਸ਼ 'ਚ ਨਾ ਲਿਜਾਇਆ ਜੇ। ਅਰਜ਼ ਹੈ ਮੇਰੀ, ਸਿੱਖ ਭੁੱਲ ਕੇ ਵੀ ਮੜੀਆਂ ਮਸਾਣਾਂ ਨੂੰ ਕਦੀ ਨਾ ਪੂਜੇ। ਅਸੀਂ ਬੇਅਦਬੀ ਦੇ ਸ਼ਬਦ ਨਹੀਂ ਵਰਤਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤਾਂ ਕਹਿੰਦੇ ਆ, ਕਉ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਕਹਿੰਦੇ ਦੁਬਦਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂੰ, ਮੜੇ ਮਸਾਨ ਨਾ ਜਾਈ। ਸਤਿਗੁਰੂ ਕਹਿੰਦੇ ਮੈਂ ਮੜੀਆਂ ਤੇ ਸ਼ਮਸ਼ਾਨਾਂ ਨੂੰ ਨਹੀਂ ਪੂਜਦਾ ਪਿਆ। ਗੁਰੂ ਘਰ ਅੰਦਰ ਕਬਰਾਂ ਮਸਾਣਾ ਪੂਜਨੀਆਂ। ਤੇ ਪੰਜਾਬ ਦੇ ਵਸਨੀਕ ਲੋਕੋ, ਤੁਸੀਂ ਜਿਉਂਦੇ ਹੋ ਤੇ ਜਿਉਂਦੇ ਬੰਦੇ ਜਿਉਂਦਿਆਂ ਨੂੰ ਮੰਨਦੇ ਹੁੰਦੇ ਆ, ਮੁਰਦਿਆਂ ਨੂੰ ਨਹੀਂ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਕਿਹਾ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਉਹਨੇ ਕਿਹਾ ਮਹਾਰਾਜ ਮੈਂ ਛੱਡ ਦੇਣਾ ਪੂਜਾ। ਕਹਿੰਦੇ ਨੇ ਤੇਰੀ ਮਰਜ਼ੀ ਹੈ, ਤੂੰ ਚੋਣ ਕਰ, ਇਸ ਘਰ 'ਚ ਲਾਲਚ ਨਹੀਂ। ਕਹਿੰਦਾ ਮਹਾਰਾਜ ਮੈਨੂੰ ਸਵੀਕਾਰ। ਸਤਿਗੁਰੂ ਕਹਿੰਦੇ ਅੱਜ ਚੌਧਰੀ ਹੈ, ਇਹ ਲੋਕ ਭੇਡ ਚਾਲ ਰੱਖਦੇ ਨਹੀਂ, ਜਿੱਦਣ ਤੂੰ ਕਬਰ ਛੱਡੀ ਇਹਨਾਂ ਨੇ ਤੇਰੇ ਤੋਂ ਚੌਧਰੀ ਪੁਣਾ ਖੋਹ ਲੈਣਾ ਜੀ, ਮੈਨੂੰ ਸਵੀਕਾਰ। ਕਹਿੰਦੇ ਨੇ ਅੱਜ ਤੇਰੇ ਕੋਲ ਮਾਲ ਡੰਗਰ ਢੱਗੇ ਬੈਲ ਘੋੜੇ ਸਭ ਕੁਝ ਨੇ, ਕੱਲ ਨੂੰ ਇਹ ਵੀ ਸਭ ਕੁਝ ਜਾ ਸਕਦਾ, ਸਭ ਕੁਝ ਬਰਬਾਦ ਹੋ ਜਾਏਗਾ। ਕਹਿੰਦਾ ਮਹਾਰਾਜ ਸਵੀਕਾਰ ਹੈ। ਇਹ ਬੜੀ ਸਿਦਕ ਵਾਲੀ ਸਾਖੀ, ਤੇ ਜਿਨ੍ਹਾਂ ਨੇ ਕਦੀ ਸੁਣੀ ਨਹੀਂ, ਕਦੀ ਅੰਦਰੋਂ ਮਹਿਸੂਸ ਹੀ ਨਹੀਂ ਕੀਤਾ, ਉਹਨਾਂ ਲਈ ਸ਼ਾਇਦ ਕੋਈ ਅਰਥ ਨਾ ਰੱਖੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋ ਸਕਦਾ ਹੈ ਅੱਜ ਤੇਰੇ ਘਰ 'ਚ ਨੌਕਰ ਨੇ, ਕੱਲ ਨੂੰ ਤੇਰੇ ਕਿਸੇ ਘਰ ਨੌਕਰੀ ਕਰਨੀ ਪਏ। ਕਹਿੰਦਾ ਜੀ ਪ੍ਰਵਾਨ, ਹੋ ਸਕਦਾ ਕਿ ਤੈਨੂੰ ਬਿਰਾਦਰੀ 'ਚੋਂ ਵੀ ਬਾਹਰ ਕੱਢ ਦੇਣ। ਮਰੋ ਜੋ ਅਖੀਰ ਤੇ ਕਿਹਾ ਬਿਰਾਦਰੀ 'ਚੋਂ, ਤੇ ਕਹਿੰਦੇ ਅੰਦਰ ਇੰਨੀ ਸੱਟ ਵੱਜੀ, ਚਰਨ ਪਕੜ ਕੇ ਕਹਿੰਦਾ ਬਾਬਾ ਹੇ ਸਤਿਗੁਰੂ ਸਾਰੀ ਦੁਨੀਆ ਬਾਹਰ ਕੱਢ ਦੇ, ਪਰ ਇੱਕ ਕਿਰਪਾ ਕਰੀ ਤੂੰ ਆਪਣੇ ਘਰੋਂ ਨਾ ਕਦੀ ਮੈਨੂੰ ਬਾਹਰ ਕੱਢੀ, ਬਸ ਤੂੰ ਮੇਰੇ ਤੇ ਬਖਸ਼ਿਸ਼ ਕਰ ਦੇ। ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ, ਰਹਿਮਤ ਹੋਈ, ਇਹ ਘਰ ਗਿਆ, ਇਹਨੇ ਕਬਰ ਦੀ ਪੂਜਾ ਛੱਡ ਦਿੱਤੀ। ਕਬਰ ਬਣਾਈ ਸੀ, ਕੋਈ ਮੁਰਦਾ ਥੋੜਾ ਸੀ ਜੀ, ਆਪੀ ਇੱਟਾਂ ਰੱਖ ਕੇ, ਜਿਵੇਂ ਅੱਜ ਕੱਲ੍ਹ ਵੀ ਲੋਕ ਮੈਂ ਦੇਖਿਆ ਜਿਹੜੇ ਕਬਰਾਂ ਨੂੰ ਪੂਜਦੇ ਆ, ਅੰਦਰ ਖਾਤੇ ਘਰ ਦੇ ਇੱਕ ਨੁੱਕਰ ਤੇ 4 ਕਿੱਟੀਆਂ ਇੱਟਾਂ ਸਿੱਧੀਆਂ ਕਰਕੇ ਦੀਵਾ ਬਾਲੀ ਜਾਂਦੇ। ਉਹਨਾਂ ਨੇ ਜੀ, ਉਹਨੇ ਕਬਰ ਪੱਟ ਕੇ ਬਾਹਰ ਚਾ ਮਾਰੀ, ਉਹਨੇ ਸੰਗ ਜਾਣਾ ਬੰਦ ਕਰ ਦਿੱਤਾ। ਪਿੰਡ ਦੇ ਲੋਕ ਇਕੱਠੇ ਹੋ ਗਏ, ਉਹਨਾਂ ਕਿਹਾ ਜੀ ਇਹ ਕਿਉਂ? ਉਹਨਾਂ ਨੇ ਕਿਹਾ ਤੈਨੂੰ ਚੌਧਰ ਤੇਰੀ ਗਈ, ਬਿਰਾਦਰੀ 'ਚੋਂ ਕੱਢ ਦਿੱਤਾ, ਸਭ ਕੁਝ ਕੀਤਾ, ਪਰ ਇਹ ਬੰਦਾ 7 ਬਚਨ ਕਰਕੇ ਮੰਨੀ ਗਿਆ, ਕਿਉਂਕਿ ਇਹਦੇ ਧੁਰ ਅੰਦਰ ਉਸ ਹਕੀਕਤ ਨੇ ਨਿਵਾਸ ਕਰ ਲਿਆ ਸੀ ਕਿ ਜਿਸ ਪਰਮ ਸੱਚ ਨੇ ਸਦੀਵ ਨਾਲ ਨਿਭਣਾ ਹੈ। ਸਮੇਂ ਦਾ ਗੇੜ ਆਇਆ, ਦਿਨ ਸਦੇ ਇੱਕੋ ਜਿਹੇ ਨਹੀਂ ਰਹਿੰਦੇ। ਮੈਂ ਆਪ ਨੂੰ ਬੇਨਤੀ ਕੀਤੀ, ਜਿਹੜੇ ਲੋਕ ਝੌਂਪੜੀਆਂ 'ਚ ਜੀਂਦੇ ਆ, ਉਹਨਾਂ ਲੋਕਾਂ ਦੇ ਅੰਤ ਕਈ ਵਾਰੀ ਮਹੱਲਾਂ ਵਿੱਚ ਹੁੰਦੇ ਆ। ਜਿਹੜੇ ਮਹੱਲਾਂ ਵਿੱਚ ਜੰਮੇ ਹੁੰਦੇ ਆ, ਉਹਨਾਂ ਦਾ ਅੰਤ ਕਈ ਵਾਰੀ ਝੌਂਪੜੀਆਂ ਵਿੱਚ ਹੁੰਦਾ ਹੈ। ਜਿਹੜੇ ਸੋਨੇ ਦੇ ਬਰਤਨਾਂ ਵਿੱਚ ਬਚਪਨ ਬਤੀਤ ਕਰਦੇ ਆ ਪ੍ਰਸ਼ਾਦ ਪਾਣੀ ਛਕ ਕੇ, ਉਹ ਅੰਤਲੇ ਸਮੇਂ ਪੱਤਲਾਂ ਨੂੰ ਵੀ ਸਹਿਕਦੇ ਹੁੰਦੇ ਆ। ਜਿਹੜੇ ਪੱਤਲਾਂ ਤੇ ਰੋਟੀ ਖਾਂਦੇ ਆ, ਕਈ ਵਾਰੀ ਰੱਬ ਉਹਨਾਂ ਨੂੰ ਸੋਨੇ ਦੇ ਬਰਤਨ ਵੀ ਦੇ ਦਿੰਦਾ। ਇਹ ਉਸ ਦੀ ਖੇਡ ਹੈ, ਇਸ ਦਾ ਕੋਈ ਪਾਰਾਵਾਰ ਨਹੀਂ ਕੋਈ ਪਾ ਸਕਦਾ। ਨਿਰਮਲ ਭੈ ਵਿੱਚ ਰਹਿ ਕੀ ਸੁੱਖ ਹੈ। ਉਸ ਬੰਦੇ ਦੀ ਕੈਸ ਖੇਡ ਐਸੀ ਵਾਪਰੀ, ਸਭ ਕੁਝ ਜਾਂਦਾ ਰਿਹਾ, ਚੌਧਰ ਚਲੀ ਗਈ, ਐਸਤਾ ਐਸਤਾ ਮਾਲ ਡੰਗਰ ਵੀ ਜਾਣਾ ਸ਼ੁਰੂ ਹੋ ਗਿਆ, ਜ਼ਮੀਨ ਭੋਏ ਪਾਂਡਾ ਵੀ ਗਿਆ। ਮੁੱਕ ਦੀ ਗੱਲ ਕੀ, ਭਾਈ ਮੰਝ ਅਖੀਰ ਆਪ ਘਾਹ ਖੋਤਰ ਕੇ ਗੁਜ਼ਾਰਾ ਕਰਨ ਲੱਗ ਪਿਆ। ਘਾਹ ਖੋਤਰਦਾ ਸੀ, ਪਰ ਚਿਹਰੇ ਦੇ ਉੱਤੇ ਨੂਰ ਸੀ, ਧੁਰ ਸੀਨੇ ਵਿੱਚੋਂ ਗੁਰੂ ਦਾ ਸ਼ਬਦ ਗੂੰਜਦਾ ਸੀ। ਮਹਾਰਾਜ ਗੁਰੂ ਅਰਜਨ ਦੇਵ ਉਸਾਰੀ ਕਰਾ ਰਹੇ ਸਨ ਹਰਮੰਦਰ ਦੀ, ਉਸਾਰੀ ਕਰਾ ਰਹੇ ਸਨ ਨਗਰ ਦੀ। ਧੰਨ ਗੁਰੂ ਅਰਜਨ ਦੇਵ ਜੀ ਨੇ ਮੇਵੜੇ ਨੂੰ ਬੁਲਾਇਆ। ਮੇਵੜਾ ਵੈਸਾ ਜਿਹੜਾ ਅੱਗੇ ਸਨੇਹ ਦਿੰਦਾ, ਗੁਰੂ ਦੀ ਸਿੱਖਾਂ ਦੀ ਅਰਦਾਸ ਕਰਦਾ। ਅੱਜ ਦੇ ਲਫ਼ਜ਼ ਅਰਦਾਸੀਆ ਵਰਤ ਲਈਏ। ਕਹਿਣ ਲੱਗੇ ਆਹ ਹੁਕਮਨਾਮਾ ਹੈ, ਫਲਾਣੇ ਗ੍ਰਾਮ ਵੀ ਚਲਾ ਜਾ, ਸਾਡਾ ਹੁਕਮਨਾਮਾ ਉੱਥੇ ਤੀਰਥਾ ਮੰਝ ਨੂੰ ਦੇਈ। ਹੁਕਮਨਾਮਾ ਦੇਣ ਤੋਂ ਪਹਿਲਾਂ 20 ਰੁਪਈਆਂ ਦਾ ਜ਼ਿਕਰ ਕਰਦੀ ਤਵਾਰੀਖ ਕਿ 20 ਰੁਪਈਏ ਉਹਨਾਂ ਤੋਂ ਲੈ ਲਈ। ਉਹ ਚਲਾ ਗਿਆ, ਉਸ ਗਰਾਉਂ ਪਹੁੰਚਿਆ, ਪੁੱਛਦਿਆਂ ਪਛਾਣਦਿਆਂ ਪਤਾ ਲੱਗਾ ਭਾਈ ਮੰਝ ਜੀ ਬਾਹਰ ਖੇਤਾਂ ਦੇ ਵਿੱਚੋਂ ਘਾਹ ਖੋਦ ਰਹੇ ਨੇ, ਘਾਹ ਖੋਤਰਦੇ ਪਏ ਸਨ। ਮੇਵੜਾ ਚਲਾ ਗਿਆ, ਦੇਖਿਆ ਪਸੀਨੇ ਨਾਲ ਭਿੱਜਾ ਹੋਇਆ ਸਿੱਖ, ਪਰ ਭਿੱਜੇ ਕੋਈ ਮੁੜ ਕੇ ਨਾਲ ਪਸੀਨੇ ਨਾਲ ਭਿੱਜਾ ਹੋਇਆ ਚਿਹਰਾ, ਉਹਦੇ ਵਿੱਚੋਂ ਵੀ ਮੁੱਖ ਜਿਹੜਾ ਨਾਮ ਜਪੰਦੜੀ ਲਾਲੀ ਵਾਲੀ ਬਖਸ਼ਿਸ਼ ਹੈ। ਉਹਨੇ ਕਿਹਾ ਜੀ ਮੈਂ ਗੁਰੂ ਕੇ ਚੱਕ ਤੋਂ ਆਇਆ, ਸੁਦਾਸਰ ਤੋਂ ਆਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ।
ਭਾਈ ਮੰਝ ਨੇ ਇੱਕੋ ਦਮ ਹੱਥ ਝਾੜੇ ਤੇ ਉਸ ਸਿੱਖ ਦੇ ਪੈਰਾਂ 'ਚ ਮੱਥਾ ਟੇਕ ਦਿੱਤਾ। ਇਹਨੂੰ ਸੁਣਨ ਵਾਲੇ ਵਿਚਲਿਤ ਨਾ ਹੋਇਓ ਵੀ ਇਹ ਤਾਂ ਅੱਜ ਜੀ ਮਹਾਰਾਜ ਦੀ ਇਹ ਹਜ਼ੂਰੀ 'ਚ ਬਹਿ ਕੇ ਗਿਆਨੀ ਜੀ ਨੇ ਤੇ ਜੀ ਦੇਹ ਦੀ ਪੂਜਾ ਸ਼ੁਰੂ ਕਰਾ ਦਿੱਤੀ। ਯਾਦ ਰੱਖਿਓ, ਉਸ ਵੇਲੇ ਸਿੱਖ ਦੇ ਪੈਰੀ ਪੈਂਦਾ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਕਹਿਣ ਲੱਗੇ ਕਿ ਪੈਰੀ ਪਵਣਾ ਜਗ ਵਰਤਾਇਆ। ਗੁਰੂ ਅਰਜਨ ਦੇਵ ਕਹਿੰਦੇ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਉਹਨੇ ਨਮਸਕਾਰ ਚਾ ਕੀਤੀ, ਮੱਥਾ ਟੇਕਿਆ। ਮੇਵੜਾ ਕਹਿੰਦਾ, ਉਹ ਸੱਜਣ ਕਹਿੰਦਾ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਘਰ ਲੈ ਗਿਆ, ਘਰ ਵਾਲੀ ਨੂੰ ਕਹਿੰਦਾ ਦੇਖੋ ਅੱਜ ਪੰਚਮ ਪਾਤਸ਼ਾਹ ਸਤਿਗੁਰਾਂ ਨੇ ਆਪਣਾ ਸਿੱਖ ਭੇਜਿਆ, ਕਿੰਨੇ ਖੁਸ਼ਕਿਸਮਤ ਅਸੀਂ। ਉਹ ਸਿੱਖ ਨੇ ਦੇਖਿਆ ਵੀ ਘਰ ਦੀ ਹਾਲਤ ਬੜੀ ਪਤਲੀ ਹੈ, ਹੁਕਮਨਾਮਾ ਵੀ ਦੇਣਾ ਹੈ, ਰੁਪਈਏ ਵੀ 20 ਮਹਾਰਾਜ ਨੇ ਕਹੇ। ਕਹਿਣ ਲੱਗਾ ਸਤਿਗੁਰਾਂ ਨੇ ਤੁਹਾਡੇ ਲਈ ਹੁਕਮ ਦਿੱਤਾ ਹੈ, ਪਰ 20 ਦਮੜੇ ਦੇਣ ਤੋਂ ਬਿਨਾਂ ਨਹੀਂ। ਉਸ ਵਕਤ ਇਤਿਹਾਸ ਨੇ ਤਾਂ ਬਹੁਤ ਕੁਝ ਲਿਖਿਆ। ਉਸ ਦੀ ਘਰਵਾਲੀ, ਉਸ ਦੀ ਬੱਚੀ ਸ਼ਾਹੂਕਾਰ ਕੋਲ ਨੌਕਰੀ ਕਰ, ਉਹਦੇ ਤੋਂ ਪੈਸੇ ਲੈ ਪਹਿਲਾਂ ਵੀ ਸਾਨੂੰ ਇਹ ਪੈਸੇ ਦੇ ਦਿਓ। 20 ਰੁਪਈਏ ਦਿੱਤੇ ਸ਼ਾਮ ਨੂੰ। ਯਾਦ ਰੱਖੋ ਕਿੰਨਾ ਸਮਾਂ ਨੌਕਰੀ ਕਰਦੀਆਂ ਨੇ ਉਹਦੇ ਘਰ 'ਚ। 20 ਰੁਪਈਏ ਦਿੱਤੇ। ਉਧਰੋਂ ਸੰਧਿਆ ਹੋ ਗਈ, ਦੀਵੇ ਦੀ ਲੋ ਉਹਦੇ ਚੰਨ ਨੇ ਪ੍ਰੇਮ 'ਚ ਭਿੱਜਾ ਸਿੱਦਕੀ ਸਿੱਖ, ਅੰਦਰ ਦੇ ਤਰਕ ਤੋਂ ਮੁਕਤ ਸਿੱਖ, ਅੰਦਰ ਦੇ ਬੰਧਨਾਂ ਦੀਆਂ ਜੰਜੀਰਾਂ ਕੱਟਣ ਵਾਲਾ ਸਿੱਖ। ਉਹਨੇ ਦੀਵੇ ਦੀ ਲੋ 'ਚ ਹੁਕਮਨਾਮਾ ਖੋਲ੍ਹਿਆ। ਉਸ ਕਾਗਜ਼ 'ਤੇ ਬਸ ਇੰਨਾ ਹੀ ਲਿਖਿਆ ਸੀ ਕਿ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ। ਬਸ ਤੈਨੂੰ ਕਰਤਾਰ ਚੇਤੇ ਆਵੇ। ਪਿਆਰਿਓ ਇੱਕੋ ਦਮ ਰੋ ਪਿਆ। ਦੇਣ ਵਾਲੇ ਦੇ ਮਨ 'ਚ ਆਇਆ ਸ਼ਾਇਦ 20 ਰੁਪਈਏ ਦੇ ਕੇ ਮਨ 'ਚ ਇਹ ਨਾ ਆ ਗਿਆ ਹੋਵੇ ਕਿ 20 ਰੁਪਈਏ ਦਿੱਤੇ, ਇਹ ਸਾਨੂੰ ਦਿੱਤਾ ਕੀ। ਉਹਨੇ ਕਿਹਾ ਰੋਇਆ ਕਿਉਂ? ਪਹਿਲੀ ਵਾਰੀ ਰੋਇਆ ਇੱਥੇ, ਇਦੋਂ ਪਹਿਲਾਂ ਨਹੀਂ। ਜੋ ਕੋਈ ਨੁਕਸਾਨ ਹੋਇਆ ਨਹੀਂ, ਬੈਰਾਗ 'ਚ ਰੋਇਆ। ਤੇ ਕਹਿੰਦਾ ਇਹ ਰੋਣਾ ਉਲਾਂਭੇ ਦਾ ਨਹੀਂ, ਇਹ ਸਿਦਕ ਦਾ ਹੈ। ਹੇ ਗੁਰੂ ਅਰਜਨ ਦੇਵ ਜੀ, ਤੇਰੇ ਦਰ ਤੇ ਹਜ਼ਾਰਾਂ ਸਿੱਖ ਹੁੰਦੇ ਨੇ, ਤੁਸੀਂ ਕਿੰਨੇ ਕੁ ਕਿਰਪਾਲੂ ਹੋ ਕਿ ਮੇਰੇ ਵਰਗੇ ਘਾਹ ਖੋਤਰਨ ਵਾਲੇ ਨੂੰ ਵੀ ਤੁਸੀਂ ਚੇਤੇ ਰੱਖਦੇ ਹੋ। ਮਹਾਰਾਜ ਕੁਰਬਾਨ ਜਾਵਾਂ ਤੇਰੇ ਤੋਂ। ਜਦੋਂ ਮਹਾਰਾਜ ਨੇ ਕਿਹਾ ਕਰਤਾਰ ਚੇਤੇ ਆਵੇ, ਫਿਰ ਕਮੀ ਹੈ ਕਿਸੇ ਚੀਜ਼ ਦੀ। ਪਿਆਰਿਓ ਸੇਵਾ 'ਚ ਡੁੱਟ ਗਿਆ, ਮੇਵੜਾ ਚਲਾ ਗਿਆ। ਮਹਾਰਾਜ ਨੇ ਕੋਈ ਸਮੇਂ ਬਾਅਦ ਦੂਜਾ ਹੁਕਮਨਾਮਾ ਭੇਜਿਆ ਤੇ ਉਹਦੇ ਵਿੱਚ ਇਹ ਕਹਿਣ ਲੱਗੇ ਵੀ ਇਹ ਹੁਕਮਨਾਮਾ ਲੈ ਜਾ, ਮੰਝ ਨੂੰ ਦਈ, ਸ਼ਾਮ ਹੋਵੇ ਤੇ ਸਵੇਰ, ਜੇ ਸਵੇਰੇ ਹੋਵੇ ਤੇ ਉਸੇ ਵੇਲੇ ਹੁਕਮ ਤੇ ਅਮਲ ਕੀਤਾ ਜਾਏ। ਪਰ ਇਹ ਨਹੀਂ ਕਿਹਾ ਵੀ ਤੁਸੀਂ 20 ਰੁਪਈਏ ਲੈਣੇ ਹੋਣ। ਦੂਜੀ ਵਾਰੀ ਹੁਕਮਨਾਮਾ ਲੈ ਕੇ ਗਿਆ। ਪਰਿਵਾਰ ਖੁਸ਼ੀ 'ਚ ਫੁੱਲਿਆ ਨਹੀਂ ਸੀ ਸਮਾਰਿਆ। ਮਹਾਰਾਜ ਦਾ ਹੁਕਮ ਆਇਆ ਤੇ ਕਹਿਣ ਲੱਗੇ ਪੈਸੇ ਦਾ। ਉਹ ਸਿੱਖ ਕਹਿੰਦਾ ਨਹੀਂ ਪੈਸੇ ਨਹੀਂ ਕਹੇ ਇਸ ਵਾਰੀ। ਹੁਕਮਨਾਮਾ ਖੋਲ੍ਹਿਆ, ਉਹਦੇ ਵਿੱਚ ਲਿਖਿਆ ਸੀ ਭਾਈ ਮੰਝ ਗੁਰੂ ਕੇ ਲੰਗਰਾਂ ਵਿੱਚ ਤੇਰੀ ਲੋੜ ਪੈ ਗਈ ਹੈ, ਇਸ ਨੂੰ ਪੜ੍ਹਦਿਆਂ ਸਾਰ ਅਮਲ ਕੀਤਾ ਜਾਏ। ਮੈਨੂੰ ਯਾਦ ਹੈ ਇਹ ਧਰਮ ਪ੍ਰਚਾਰ ਕਮੇਟੀ ਨੇ, ਡਾਕਟਰ ਰੂਪ ਸਿੰਘ ਨੇ ਕਿਤਾਬ ਐਡਿਟ ਕੀਤੀ ਸਿੱਖ ਪ੍ਰਮੁੱਖ ਸ਼ਖਸੀਅਤਾਂ। ਇਹ ਕਿ ਐਵੇਂ ਨਹੀਂ ਅਨਪੜ੍ਹ ਕਿਸੇ ਬੰਦੇ ਦਾ ਲਿਖਿਆ, ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਦਾ ਲਿਖਿਆ ਹੋਇਆ ਲੇਖ ਹੈ। ਮੈਂ ਉਹਦੇ ਆਧਾਰ ਬਣਾ ਕੇ ਅਰਜ਼ ਕਰ ਰਿਹਾ। ਕਹਿਣ ਲੱਗੇ ਪੈਸੇ ਨੇ ਲਿਖਿਆ ਤੇਰੀ ਲੰਗਰਾਂ ਵਿੱਚ ਲੋੜ ਪੈ ਗਈ ਹੈ। ਰਾਤ ਕਿੱਥੇ ਨੀਂਦ ਪਏ, ਸਾਰੀ ਰਾਤ ਖੁਸ਼ੀ 'ਚ ਜਾਗਦਿਆਂ ਲੰਘ ਗਈ। ਪਰਿਵਾਰ ਕਹਿੰਦਾ ਪਿਤਾ ਜੀ ਤੁਸੀਂ ਚੱਲਿਓ, ਬੱਚੇ ਕਹਿੰਦੇ ਤੁਸੀਂ ਚੱਲਿਓ, ਬੇਟੀ ਬੇਟਾ ਕਹਿੰਦੇ ਤੁਸੀਂ ਚੱਲਿਓ। ਜਦੋਂ ਸਤਿਗੁਰੂ ਆਗਿਆ ਦੇਣ ਤੇ ਸਾਨੂੰ ਵੀ ਬੁਲਾ ਲਿਆ ਜੀ। ਘਰ ਵਾਲੀ ਕਹਿੰਦੀ ਏ ਸਿਰ ਦੇ ਸਾਈਆਂ, ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ। ਸਤਿਗੁਰੂ ਤੈਨੂੰ ਆਪ ਬੁਲਾਉਂਦੇ ਪਿਆ, ਪਿੱਛੋਂ ਮੈਂ ਬੱਚਿਆਂ ਨੂੰ ਪਾਲ ਲਾਂਗੀ, ਤੂੰ ਰੱਜ ਕੇ ਗੁਰੂ ਦੀ ਸੇਵਾ ਕਰ। ਭਾਈ ਮੰਝ ਚਾਓ ਚਾਈ ਚਲਾ ਗਿਆ। ਮਹਾਰਾਜ ਨੂੰ ਮੱਥਾ ਟੇਕਿਆ, ਸੇਵਾ ਲੱਕੜਾਂ ਦੀ ਲੱਗ ਗਈ। ਸੰਖੇਪ ਬੇਨਤੀ ਕਰਾਂ, ਧਿਆਨ 'ਚ ਜੀਣ ਲੱਗ ਪਿਆ। ਧਿਆਨ 'ਚ ਬਹਿਣਾ, ਧਿਆਨ 'ਚ ਉੱਠਣਾ, ਧਿਆਨ 'ਚ ਖਾਣਾ, ਧਿਆਨ 'ਚ ਤੁਰਨਾ। ਜੰਗਲ 'ਚ ਗਿਆ ਹੋਇਆ ਰੁੱਖਾਂ ਦੇ ਨਾਲ ਮਾਨੋ ਗੱਲਾਂ ਕਰਦਾ ਸੀ। ਸੁੱਕੀਆਂ ਟਾਹਣੀਆਂ ਇਕੱਠੀਆਂ ਕਰਨੀਆਂ,
ਸੁੱਕੇ ਟਾਂ ਡਿੱਗੇ ਇਕੱਠੇ ਕਰਨੇ, ਪੰਡ ਬੰਨ੍ਹ ਕੇ ਲਿਆਉਣੀ, ਮਹਾਰਾਜ ਦੇ ਲੰਗਰ 'ਚ ਪ੍ਰਸ਼ਾਦਾ ਛਕਣਾ। ਤੇ ਇੱਕ ਦਿਨ ਗੁਰੂ ਅਰਜਨ ਦੇਵ ਲੰਗਰ 'ਚ ਆ ਗਏ। ਲਾਂਗਰੀ ਨੂੰ ਪੁੱਛਦੇ ਨੇ, ਇੱਥੇ ਇੱਕ ਭਾਈ ਮੰਝ ਆਇਆ ਹੈ, ਆਉਂਦਾ ਸੇਵਾ ਕਰਨ? ਕਹਿੰਦਾ ਜੀ ਉਹ ਬਹੁਤ ਸੇਵਾ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਬੋਲਦਾ ਘੱਟ ਕੇ, ਲੱਕੜਾਂ ਲਿਆਉਂਦਾ, ਚੁੱਲ੍ਹੇ ਅੱਗੇ ਬੈਠ ਕੇ ਲੱਕੜਾਂ ਬਾਲਦਾ। ਤੇ ਮਹਾਰਾਜ ਕਹਿੰਦੇ ਲੰਗਰ? ਕਹਿੰਦੇ ਲੰਗਰ ਮਹਾਰਾਜ ਪੰਗਤ 'ਚ ਛਕ ਜਾਂਦਾ ਹੈ। ਮਹਾਰਾਜ ਕਹਿੰਦੇ ਅੱਜ ਆਵੇਗਾ ਤੇ ਸਾਡਾ ਇੱਕ ਸੁਨੇਹਾ ਦੇ ਦੀ। ਜੀ ਕੀ? ਕਹਿਣ ਲੱਗੇ ਉਹਨੂੰ ਕਹਿ ਦੇਈਂ ਮਜ਼ਦੂਰੀ ਕਰਨ ਆਇਆ ਕਿ ਸੇਵਾ ਕਰਨ ਆਇਆ। ਮੈਂ ਤਾਂ ਬੇਨਤੀ ਕੀਤੀ ਪਿਆਰਿਓ, ਮੁਕਤ ਹੋਣਾ ਕੋਈ ਛੋਟੀ ਜੀ ਗੱਲ ਨਹੀਂ। ਸੇਵਾ ਕਰਨ ਆਇਆ ਹੈ ਕਿ ਮਜ਼ਦੂਰੀ? ਜਿੰਨੀਆਂ ਲੱਕੜਾਂ ਲਿਆਉਣਾ ਲੰਗਰ ਛਕ ਲੈ ਜਾਣ। ਆਇਆ ਭਾਈ ਮੰਝ, ਉਹਨੇ ਲੱਕੜਾਂ ਰੱਖੀਆਂ, ਚੁੱਲ੍ਹੇ ਅੱਗੇ ਲੱਕੜਾਂ ਢਾਈਆਂ। ਜਦੋਂ ਪੰਗਤ 'ਚ ਬੈਠਾ ਲਾਂਗਰੀ ਦਾ ਅੰਦਰ ਕੰਬੇ, ਮੈਂ ਕਿਵੇਂ ਕਹਾਂ? ਪ੍ਰਸ਼ਾਦਾ ਛਕਦੇ ਨੂੰ ਕਹਿੰਦਾ ਭਾਈ ਮੰਝ, ਅੱਜ ਸਤਿਗੁਰੂ ਆਏ, ਤੇਰੇ ਬਾਰੇ ਪੁੱਛਦੇ ਸੀ। ਖਿੜ ਗਿਆ। ਜੀ ਮੇਰੇ ਬਾਰੇ? ਕਹਿਣ ਲੱਗੇ ਤੁਸੀਂ ਪ੍ਰਸ਼ਾਦਾ ਛਕ ਲਓ, ਮੈਂ ਬਾਅਦ 'ਚ ਦੱਸਣਾ ਤੁਹਾਨੂੰ। ਚਲੋ ਛਕ ਲਿਆ। ਉਹ ਚਾਓ ਚਾਓ ਕਾਲੇ ਨਾਲ ਪ੍ਰਸ਼ਾਦਾ ਛਕਿਆ। ਜੀ ਦੱਸੋ? ਕਹਿਣ ਲੱਗੇ ਪੁੱਛਦੇ ਸਨ ਕੀ ਕਰਦਾ ਸਨ, ਦੱਸਿਆ ਵੀ ਆਹ ਕਰਦਾ ਹੈ, ਤੇ ਨਾਲੇ ਪੁੱਛਿਓ ਨੇ ਲੰਗਰ? ਅਸੀਂ ਕਿਹਾ ਜੀ ਪੰਗਤ ਵਿੱਚੋਂ। ਤੇ ਜਾਣ ਲੱਗਿਆਂ ਕਹਿ ਗਏ ਕਿ ਮਜ਼ਦੂਰੀ ਕਰਨ ਆਇਆ ਕਿ ਸੇਵਾ ਕਰਨ ਆਇਆ ਹੈ। ਇੱਥੇ ਭਾਈ ਮੰਝ ਦੂਜੀ ਵਾਰੀ ਰੋਇਆ, ਅੱਖਾਂ ਭਰ ਆਈਆਂ। ਲਾਂਗਰੀ ਕਹਿੰਦਾ ਮੈਂ ਗਲਤੀ ਕੀਤੀ, ਮੈਂ ਤਾਂ ਫਰਜ਼ ਅਦਾ ਕੀਤਾ। ਕਹਿੰਦਾ ਨਹੀਂ, ਇਹ ਖੁਸ਼ੀ ਦੇ ਅਥਰੂ ਨੇ। ਹੇ ਧੰਨ ਗੁਰੂ ਅਰਜਨ ਦੇਵ ਜੀ, ਤੂੰ ਉਹ ਮਾਪਿਆਂ ਦੀ ਤਰ੍ਹਾਂ ਹੈ, ਜਿੱਥੇ ਤੈਨੂੰ ਲੱਗਦਾ ਮੈਂ ਤਿਲਕਣਾ ਪਿਆ, ਉੱਥੇ ਤੂੰ ਆਪ ਖਲੋ ਕੇ ਮੇਰੀ ਰੱਖਿਆ ਕਰ ਦੇਣਾ। ਦੂਜੇ ਦਿਨ ਲੱਕੜਾਂ ਡਬਲ ਕਰ ਦਿੱਤੀਆਂ, ਗੁਰੂ ਕੇ ਲੰਗਰ ਵਿੱਚ ਵੀ ਲਿਆਉਣੀ। ਤੇ ਪਿਆਰਿਓ ਕੁਝ ਹਿੱਸਾ ਵੇਚਣਾ, ਪਰ ਲੰਗਰ 'ਚ ਲੱਕੜ ਨਹੀਂ ਘਟਾਈ। ਸਮਾਂ ਆਇਆ, ਨੇੜੇ ਖੂਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ, ਲੱਕੜਾਂ ਚੁੱਕ ਕੇ ਤੁਰੇ, ਪ੍ਰੇਮ 'ਚ ਭਿੱਜੇ, ਬਾਣੀ ਪੜ੍ਹੀ ਜਾਣ, ਸ਼ੁਕਰਾਨੇ 'ਚ ਡੁੱਬੀ ਹੋਈ ਰੂਹ, ਸੱਚਮੁੱਚ ਅੰਦਰ ਦੇ ਬੰਧਨਾਂ ਤੋਂ ਮੁਕਤ ਰੂਹ, ਸਿਰ ਤੇ ਲੈ ਕੇ ਪੰਡ ਜਦੋਂ ਤੁਰੇ ਨੇ, ਖਨੇਰੀ ਮੀਂਹ ਬਾਛੜ ਖੂਹ ਦੇ ਵਿੱਚ ਡਿੱਗ ਪਏ। ਪਾਣੀ ਸੀ ਥੋੜਾ, ਪਰ ਸਿਰ ਤੋਂ ਲੱਕੜਾਂ ਦੀ ਪੰਡ ਨਹੀਂ ਡਿੱਗਣ ਦਿੱਤੀ। ਬਾਣੀ ਪੜ੍ਹੀ ਗਏ। ਕਈ ਸੱਜਣ ਸਵੇਰੇ ਲਿਖਦੇ ਆ, ਕਈ ਲਿਖਦੇ ਆ ਸ਼ਾਮ ਨੂੰ ਡਿੱਗੇ। ਪਾਠ ਕੀਤਾ। ਪਿਆਰਿਓ ਦਿਨ ਹੋ ਗਿਆ, ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਭਿੱਜਣ ਨਹੀਂ ਦਿੱਤੀਆਂ। ਥੋੜਾ ਪਾਣੀ ਸੀ, ਗੱਠ ਸਿਰ ਤੇ, ਪਰ ਇੱਕ ਹੱਥ ਪੰਡ ਨੂੰ ਪਾ, ਇੱਕ ਹੱਥ ਨਾਲ ਜਲ ਲੈ ਕੇ ਚਿਹਰਾ ਧੋਤਾ, ਜਪ ਸ਼ੁਰੂ ਕੀਤਾ। ਇੱਕੋ ਦਮ ਅੰਦਰੋਂ ਕੜ ਪਾਟ ਗਿਆ। ਕਹਿੰਦਾ ਧੰਨ ਗੁਰੂ ਅਰਜਨ ਦੇਵ ਜੀ, ਅੱਜ ਮੈਂ ਤੇਰੇ ਸਿੱਖਾਂ ਦੇ ਤੇ ਤੇਰੇ ਦਰਸ਼ਨ ਨਹੀਂ ਕਰ ਸਕਿਆ, ਅੱਜ ਮੈਂ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਆਪ ਉੱਠਦੇ ਆ ਸਿੰਘਾਸਨ ਤੋਂ, ਨਾ ਘੋੜਾ ਲਿਆ, ਨਾ ਪੈਰਾਂ 'ਚ ਚਰਨਾਂ 'ਚ ਜੋੜਾ ਪਾਇਆ, ਹੱਥ 'ਚ ਰੱਸਾ ਪਕੜ ਕੇ ਧੰਨ ਗੁਰੂ ਅਰਜਨ ਦੇਵ ਵਾਹੋ ਦਾਹੀ ਉਧਰ ਚੱਲ ਪਏ। ਤੇ ਖੂਹ ਤੇ ਜਾ ਕੇ ਕਹਿੰਦੇ ਆ ਲੱਕੜਾਂ ਦੀ ਪੰਡ 60, ਰੱਸਾ ਪਕੜ ਬਾਹਰ ਆ ਜਾ। ਥੱਲਿਓਂ ਆਵਾਜ਼ ਆਈ, ਨਹੀਂ ਲੱਕੜਾਂ ਪਹਿਲਾਂ ਕੱਢੋ। ਇਹਨਾਂ ਲੱਕੜਾਂ ਕਰਕੇ ਤਾਂ ਗੁਰੂ ਅਰਜਨ ਦੇਵ ਦੇ ਘਰ 'ਚ ਮੈਨੂੰ ਥਾਂ ਮਿਲੀ ਹੈ। ਇਹ ਲੱਕੜਾਂ ਤਾਂ ਸਾਧਨ ਨੇ ਸੇਵਾ ਦਾ। ਸਤਿਗੁਰੂ ਗੁਰੂ ਅਰਜਨ ਦੇਵ ਦੇ ਨੇਤਰ ਭੇਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਲੱਕੜਾਂ ਪਹਿਲਾਂ ਕਢਾਈਆਂ। ਜਦੋਂ ਮੰਝ ਨੇ ਰੱਸਾ ਪਕੜਿਆ, ਹਜ਼ੂਰ ਨੇ ਆਪਣੇ ਹੱਥਾਂ ਨਾਲ ਖੂਹ ਤੋਂ ਖਿੱਚਿਆ, ਖੂਹ ਵਿੱਚੋਂ ਖਿੱਚਿਆ। ਨਹੀਂ ਪਿਆਰਿਓ, ਖੂਹ ਚੋਂ ਨਹੀਂ ਖਿੱਚਿਆ, ਗੁਰੂ ਅਰਜਨ ਦੇਵ ਨੇ ਬਖਸ਼ਿਸ਼ ਦੇ ਰੱਸੇ ਨਾਲ ਸੰਸਾਰ ਦੇ ਅੰਧਕੂਪ ਤੋਂ ਬਾਹਰ ਖਿੱਚ ਦਿੱਤਾ। ਭਾਈ ਮੰਝ ਬਾਹਰ ਆ ਗਏ, ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਡਿੱਗ ਪਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਅੱਜ ਤੀਜੀ ਵਾਰੀ ਰੋਇਆ। ਮੈਂ ਬੇਨਤੀ ਕੀਤੀ ਪਹਿਲਾ ਹੁਕਮਨਾਮਾ ਲੰਗਰ ਵਿੱਚ, ਤੀਸਰੀ ਵਾਰੀ ਰੋਇਆ, ਫੁੱਟ ਫੁੱਟ ਕੇ ਅੱਜ ਰੋਇਆ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਕਿੰਨੇ ਕਿਰਪਾਲੂ ਹੋ। ਮਹਾਰਾਜ ਜੀ ਨੇ ਆਪਣੇ ਚਰਨਾਂ ਤੋਂ ਚੁੱਕ ਕੇ ਘੁੱਟ ਕੇ ਸੀਨੇ ਨਾਲ ਲਾਇਆ। ਕਹਿਣ ਲੱਗੇ ਮੰਝ, ਜੋ ਮੰਗੇਗਾ ਤੈਨੂੰ ਦਿਆਂਗਾ, ਤੂੰ ਮੰਗ ਜੋ ਮੰਗੇਗਾ।
ਆ ਜੇ ਬੰਧਨ ਮੁਕਤ। मैं जिहड़ी बेनती कर लगा, मैं तां इस करके साखी लई कि भावना वालियां संगतां सुनदियां ने, ते मैं उस दिन भी कहा ये कथा केवल भावना वास्ते वे, तर्क वालियां लई नहीं। महाराज ने सीने न लाया, कहते ने भाई मंझ कुछ मंग। गुरु अर्जुन देव जी दे मुख वल वेख के भिजियां अखां, कित्थे पिंड दा चौधरी। भाई मंझ कहंदा सतगुरु एक दात झोली च पा दिओ, मेरे अंदर मंगण दी बिरती सदा लई खत्म हो जाए। वाह 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 वाह, आख है बंधन टुट जाने। सिमरन दा घर मैं दाता, मेरे अंदर मंगण वाली बिरती कदी ना आवे। महाराज दे नेत्र भिज गए जी। गुरु साहब कहंदे मंझ हुण मेरी वारी है, तू अजाची हो गया। जाची दर जिहड़ा मंगदा नहीं, तू नहीं मंगदा, मैं तां भी तैनूं देना है। कहंदे कुछ मंग। प्यारे पता मंगया कि बड़े बैराग च कहंदा सतगुरु एडे वड्डे परचे ना पायो, कलयुग दा समय बंदे दे डोलदियां पता नहीं लगदा। सिखां दे परचे ना एडे पाया जे। मैं कहना एडे वड्डे परचा दे के परिवार भी नौकर सब कुछ चला गया। इन्नी कमाई तो बाद कहंदा ये नहीं क्या मेरा परचा, कहंदा इन्ने परचे ना पायो किसे दे, किते कोई डोल ना जाए। महाराज ने सीने ना ला के पता शब्द की कह लगे मंझ मेरे नाने ने कहा सी दोहता बाणी का बोझ था, मैं तेनों अपने तुल बना के कहना तू भी जहाज है मेरा, जेड़ा तेरी संगत करेगा तेनों सुनेगा वो पार होवेगा। उत्थे बोल के मंझ प्यारा गुरु नू, गुरु मंझ प्यारा ते नर हर अंतर नहीं। मैं तां इत्थे टुकाईए गल, मंझ प्यारा गुरु नू, गुरु मंझ प्यारा, मंझ गुरु का बोए था जग लंघण हारा। जिवें सवेरे मर्ज कीती कलयुग जहाज अर्जन गुरु, ते इत्थे कहन लगे मंझ प्यारा गुरु नू, गुरु मंझ प्यारा, मंझ गुरु का बोए था जग लंघण हारा। ते अगला बचन क्या, मंझ तेनू लंगर वास्ते बुलाया सी, जा अज तो बाद लंगर तेरे नाल तोड़ दिते। तू जिथे बहेगा उत्थे शब्द दा लंगर भी चलेगा, तू जिथे बहेगा उत्थे भोजन दा लंगर भी चलेगा। मेरे कहण तो मुराद कि प्यारिओ जिहदे अंदर सिमरन वस जाए कि पदवी एक बंधन नहीं, चौधरी पुणा बंधन नहीं, कि पुत्रां धीआं दा मोह बंधन नहीं, माल डंगर घोड़ियां हाथी बंधन नहीं, कि वाह वाह बंदे दा बंधन नहीं, कि आगू बन के तुरना बंधन नहीं। नहीं प्यारिओ जिहदे ते किरपा हो जाए, अंदर सिमरन वस जाए, वो सारे बंधन तोड़ दिंदा है। महाराज जी ने कहा कि अज जे घट सिमरन राम को, पर शर्त है सिमरन होना चाहिए। बंधन टुटदा ही तां, अटैचमेंट ही डिटैचमेंट पैदा कर दी। जुड़ांगे तो टुटांगे ना। जिस घट विच परमात्मा दा सिमरन है, जे घट सिमरन राम को सो नर मुक्ता जान, ते नर हर अंतर नहीं नानक साची मान। उस इंसान विच ते भगवान विच अंतर नहीं। इत्थे थोड़ी जी मैं एक अर्ज करा, क्योंकि कल नूं जिहड़ा बचन आउणा है ना, इस तो विपरीत आवेगा, उहदी व्याख्या आपां करांगे। अज कहे जे घट सिमरन राम को सो नर मुक्ता जान, ते नर हर अंतर नहीं नानक साची मान। वो इंसान नहीं वो भगवान है। ते कल नूं महाराज कहणगे एक भगत भगवान, जे प्राणी कै नाहे मन। जिहदे अंदर सिमरन है उन्होंने कह रहे ने ते नर हर अंतर नहीं। उस इंसान और भगवान में अंतर रखी, पर जिहदे अंदर भगती नहीं, जैसे सूकर स्वान नानक मानो ताहे तन। उसका तन इस तरह जिमें सूकर और कूकर दा है। इत्थे एक अर्ज करके मैं संपूर्णता करना इस विचार नूं, कल अगे थोड़ा जिहा तोरांगा, क्योंकि अज मैं साखी टाइम ज़्यादा लाया है, तो इस करके संगत की भावना सी, तो उस भावना नूं मुख रख के हुण इत्थे ते नर हर अंतर नहीं दा अर्थ मैं उस दिन भी कहा, इनू आम ब्रह्मस्मी नहीं करना जो वेदांती करते, तो इनू सूफियां वाला अनल हक भी नहीं कहना। पर आप कहांगे तो गल तो उही होगी ना, ते नर हर अंतर नहीं। वो कहता अम ब्रह्मस्मी, वो कहता अनल हक,
ਪਰ ਗੁਰਮਤਿ ਦੇ ਅੰਦਰ ਅਭੇਦਤਾ ਨੂੰ ਮੰਨਿਆ ਹੈ। ਪਰ ਇੱਥੇ ਅਭੇਦਤਾ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਮੈਂ ਰੱਬ ਬਣ ਗਿਆ। ਇੱਥੇ ਅਭੇਦਤਾ ਵਿੱਚ ਕਿਹਾ ਜਾਂਦਾ ਹੈ ਮੈਂ ਮਰ ਗਈ, ਕੇਵਲ ਤੂੰ ਰਹਿ ਗਿਆ। ਇਸ ਨੁਕਤੇ ਨੂੰ ਫਿਰ ਮੈਂ ਰਿਪੀਟ ਕਰਾਂਗਾ, ਅਹੰ ਬ੍ਰਹਮਸਮੀ। ਪਰ ਗੁਰਮਤਿ ਕਹਿੰਦੀ ਹੈ ਕਬੀਰ ਤੂੰ ਕਰਤਾ, ਤੂੰ ਹੁਆ, ਅਹਮ ਨਹੀਂ, ਤੂੰ ਹੁਆ। ਇਸ ਨੁਕਤੇ ਨੂੰ ਸੂਝਵਾਨ ਸਮਝ ਜਾਣਗੇ। ਇੱਥੇ ਅਭੇਦਤਾ ਵੀ ਮੈਂ ਨੂੰ ਖਾਰਜ ਕਰ ਦਿੰਦੀ। ਤੂੰ ਕਰਤਾ, ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੁਝ ਮੈਂ ਰਹਾ ਨਾ हूँ। अहम ब्रह्मस्मि नहीं, मुझ में रहा न हूँ। जब पापा पर का मिट गया, जत देखूं तत तू। इत्थे है कि जब हम होते तब तू नहीं, अब तू ही। मैं तो कुछ भी नहीं। वेखो भेद होया, कह रहा कि हम नहीं तू। जब हम होते तब तू नहीं, अब तू ही, मैं नहीं, मैं कुछ नहीं, हुण सब कुछ तू ही तू है। इस ਅੰਮ੍ਰਿਤ ਬਚਨ ਨੂੰ ਤੇ ਅਗਲੇ ਬਚਨ ਨੂੰ ਰਲਾ ਕੇ ਕੱਲ ਨੂੰ ਆਪਾਂ ਵਿਚਾਰ ਕਰਾਂਗੇ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ।